ਸਰ ਮਿੱਤਲ ਜੀ ਵੱਲੋਂ ਬਿਆਨ ਆ ਰਿਹਾ ਹੈ ਕਿ ਜਿਹੜੇ ਸਲੀਮ ਜੀ ਨੇ ਉਹਨਾਂ ਤੋਂ ਨਾ ਤਾਂ ਕਵਾਲੀ ਗਵਾਉਣੀ ਚਾਹੀਦੀ ਹੈ ਤਾਂ ਨਾ ਹੀ ਉਹਨਾਂ ਨੂੰ ਜਾਗਰਣ ਦੇ ਵਿੱਚ ਕਵਾਲੀ ਨੂੰ ਲੈ ਕੇ ਵਿਵਾਦ ਕੀਤੇ ਜਾ ਰਹੇ ਤੇ ਪਲੱਸ ਕਿਹਾ ਜਾ ਰਿਹਾ ਹੈ ਕਿ ਮੁਸਲਮਾਨ ਤੋਂ ਜਾਗਰਣ ਨਾ ਕਰਵਾਓ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ? ਇਹ ਲੋਕ ਜਦ ਇਹਨਾਂ ਨੂੰ ਲੋਕਾਂ ਦਾ ਪਿਆਰ ਮਿਲਣਾ ਸ਼ੁਰੂ ਹੋ ਜਾਂਦਾ ਹੈ, ਇਹਨਾਂ ਦਾ ਜਿਸ ਤਰ੍ਹਾਂ ਇਹਦਾ ਗਾਣਾ ਹਿੱਟ ਹੋਇਆ ਕਿ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ, ਮੈਂ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਵੀ ਤੁਹਾਡੀ ਕੀ ਔਕਾਤ ਹੈ ਕਿ ਤੁਸੀਂ ਰਾਮ ਨੂੰ ਲੈ ਕੇ ਆ ਸਕਦੇ। ਰਾਮ ਤ੍ਰੇਤੇ 'ਚ ਆਏ ਸਨ, ਠੀਕ ਹੈ, ਤੇਰਾ ਹਾਲੀ ਉਮਰ ਮੇਰੇ ਖਿਆਲ 35-40 ਸਾਲ ਹੀ ਹੋਣੀ ਹੈ, ਠੀਕ ਹੈ। ਤੇਰੀ ਕੀ ਤਾਕਤ ਹੈ ਕਿ ਤੂੰ ਰਾਮ ਨੂੰ ਲੈ ਕੇ ਆਏਗਾ? ਜਿਹੜੇ ਲੋਕ ਇਹ ਬੋਲ ਰਹੇ ਨੇ ਔਰ ਜਿਹੜੇ ਇਹਨੂੰ ਐਪਰੀਸ਼ੀਏਟ ਕਰ ਰਹੇ ਨੇ, ਮੈਂ ਇਹਨੂੰ ਅਹੰਕਾਰ ਦੀ ਲੈਂਗੁਏਜ ਕਹਾਂਗਾ। ਹੋਣਾ ਚਾਹੀਦਾ ਸੀ ਜੋ ਰਾਮ ਕੇ ਸੇਵਕ ਹੈ ਹਮ ਉनको ਲਾਏ। ਬੰਦਾ ਪੁੱਛੇ ਕਿ ਖਾਲੀ ਰਾਮ ਜੀ ਦੀ ਪੂਜਾ ਅਯੋਧਿਆ 'ਚ ਹੀ ਹੁੰਦੀ ਹੈ, ਠੀਕ ਹੈ, ਰਾਮ ਜੀ ਦੀ ਪੂਜਾ ਤੇ ਹਰ ਜਗ੍ਹਾ ਹੈ। ਗੁਰੂ ਉਹੀਓ ਪ੍ਰਸੰਨ ਹੁੰਦਾ ਹੈ ਕਿ ਜਿਹੜਾ ਉਹਦਾ ਚੇਲਾ ਉਹਦੀ ਗੱਲਾਂ ਨੂੰ ਮੰਨ ਕੇ ਉਸ ਗੱਲਾਂ ਦੇ ਉੱਤੇ ਖਰਾ ਉਤਰੇ। ਅੱਜ ਤੁਸੀਂ ਜੈ ਸ਼੍ਰੀ ਰਾਮ ਜਿੰਨਾ ਮਰਜ਼ੀ ਕਰੀ ਜਾਓ, ਰਾਮ ਜੀ ਦੇਖਦੇ ਹੋਣਗੇ ਕਿ ਮੈਂ ਤੇ ਮਰਿਆਦਾ ਪੁਰਸ਼ੋਤਮ ਸਾਂ। ਕੁਲ ਰੀਤ ਸਦਾ ਚਲੀ ਜਾਈ, ਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਕਹਿਣ ਦਾ ਮਤਲਬ ਪ੍ਰਾਣ ਚਲੇ ਜਾਣ, ਵਚਨ ਨਹੀਂ ਜਾਣਾ ਚਾਹੀਦਾ। ਇੱਥੇ ਤਾਂ ਰੋਜ਼ ਝੂਠ ਅੱਜ ਕੱਲ੍ਹ ਚੱਲਦਾ। ਸਾਡਾ ਸਮਾਜ ਇਹੋ ਜਿਹਾ ਨਿਰਮਿਤ ਹੋ ਗਿਆ ਕਿ ਅਗਰ ਕਿਸੇ ਦੀ ਪਿੱਠ ਪਿੱਛੇ ਛੁਰਾ ਮਾਰੋ ਜਾਂ ਕਿਸੇ ਨੂੰ ਧੋਖਾ ਦਵੋ, ਉਹ ਕਹਿੰਦਾ ਬੜਾ ਸਮਾਰਟ ਆਦਮੀ ਹੈ। ਐਵੇਂ ਨਹੀਂ ਕਿਸੇ ਨੇ ਕਿਹਾ। ਜਦ ਸ਼ਿਵ ਜੀ ਨੇ ਜਿਹੜਾ ਹਲਾਹਲ ਲਿੱਤਾ ਤੇ ਉਹਨਾਂ ਨੇ ਕਿਹਾ ਵੀ ਇਹ ਕੀ ਹੈ, ਕਹਿੰਦੇ ਵੀ ਇਹ ਵਿਸ਼ ਦਾ ਵਾਸ ਹੈ। ਤੇ ਅਗਰ ਵਿਸ਼ਵਾਸ ਅਰਥ ਨੂੰ ਅਗਰ ਤੁਸੀਂ ਜੋੜੋਗੇ ਤੇ ਉਹ ਵਿਸ਼ ਦਾ ਵਾਸ ਹੈ। ਜੇ ਤੇ ਤੁਹਾਡਾ ਸੈੱਟ ਬੈਠ ਗਿਆ ਤੇ ਉਹ ਗਲੇ ਤੱਕ ਰਹੇਗਾ, ਤੁਹਾਡੀ ਬਾਡੀ ਨੂੰ ਡਿਸਟਰਬ ਨਹੀਂ ਕਰੇਗਾ। ਜੇ ਧੋਖਾ ਖਾ ਗਏ ਤੇ ਉਹ ਤੁਹਾਨੂੰ ਸਾਰੀ ਉਮਰ ਸਾਲਦਾ ਰਹਿੰਦਾ। ਮੈਂ ਦੂਜੀ ਗੱਲ, ਇੱਕ ਹੋਰ ਗੱਲ ਕਹਿਣਾ ਚਾਹੁੰਦਾ ਵਾਂ ਕਿ ਕੀ ਸਨਾਤਨ ਦੀ ਸਮਝ ਤੈਨੂੰ ਹੀ ਹੈ? ਜਿਹੜੇ ਇੰਨੇ ਸਾਲਾਂ ਤੋਂ ਜਗਰਾਤਾ ਕਰਾ ਰਹੇ ਨੇ ਕਿ ਉਹਨਾਂ ਨੂੰ ਸਮਝ ਨਹੀਂ ਹੈ? ਇਹਦਾ ਮਤਲਬ ਤੂੰ ਕਹਿ ਰਿਹਾ ਕਿ ਅੱਜ ਤੱਕ ਜਿੰਨੇ ਵੀ ਜਗਰਾਤੇ ਹੋਏ ਨੇ ਜਾਂ ਜਿਹਦੇ 'ਤੇ ਜਾ ਕੇ ਸਲੀਮ ਨੇ ਗਾਇਆ ਹੈ ਉਹ ਗਲਤ ਹੈ। ਮੇਰਾ ਮਕਸਦ ਹੈ ਕਿ ਤੁਹਾਡੇ ਜ਼ਹਿਰ ਦੇ ਨਾਲ ਅਗਰ ਸੁਸਾਇਟੀ ਦੇ ਅੰਦਰ ਵਿਤਕਰਾ ਪੈਦਾ ਹੋ ਰਿਹਾ ਹੈ ਤੇ ਅਸੀਂ ਤੁਹਾਨੂੰ ਰੋਕਾਂਗੇ, ਅਸੀਂ ਤੁਹਾਨੂੰ ਟੋਕਾਂਗੇ, ਅਸੀਂ ਤੁਹਾਨੂੰ ਸਮਝਾਵਾਂਗੇ। ਤੁਸੀਂ ਇੱਕ ਸਿੰਗਰ ਹੋ, ਸਮਾਜ ਅੱਜ ਤੁਹਾਨੂੰ ਸੁਣ ਰਿਹਾ, ਸਮਾਜ ਤੁਹਾਡੀ ਮੰਨ ਰਿਹਾ, ਫਿਰ ਕੋਈ ਚੰਗੀ ਗੱਲਾਂ ਮਨਵਾਓ ਨਾ। ਇਹ ਕਿਉਂ ਵਿਤਕਰਾ ਪੈਦਾ ਕਰ ਰਹੇ ਹੋ? ਇਹ ਤੁਸੀਂ ਕਹੋ ਕਿ ਵੀ ਜਿਹੜਾ ਜਗਰਾਤਾ ਕਰੇ ਉਹ ਮਰਿਆਦਾ 'ਚ ਹੋਣਾ ਚਾਹੀਦਾ। ਮੈਂ ਤੇ ਫਿਰ ਕਹਾਂਗਾ ਕਿ ਵੈਸ਼ਨੂ ਦੇਵੀ ਮਾਤਾ ਦਾ ਅਗਰ ਜਗਰਾਤਾ ਕਰਨਾ ਹੈ ਤੇ ਬੰਦਾ ਫਿਰ ਪੂਰਾ ਵੈਸ਼ਨੂ ਹੋਣਾ ਚਾਹੀਦਾ। ਫਿਰ ਉਹ ਤਾਂ ਦਾਰੂ ਵੀ ਨਹੀਂ ਪੀਣਾ ਚਾਹੀਦਾ, ਉਹਨੂੰ ਮੀਟ ਮੁਰਗਾ ਵੀ ਨਹੀਂ ਖਾਣਾ ਚਾਹੀਦਾ। ਕੀ ਜਿੰਨੇ ਜਗਰਾਤੇ ਕਰ ਰਹੇ ਨੇ ਇਹ ਦੱਸ ਸਕਦੇ ਨੇ ਕਿ ਇਹ ਵਾਕਈ ਕੀ ਕਹਿੰਦੇ ਨੇ ਵੈਸ਼ਨੂ ਹੈਗੇ ਨੇ? ਅਸੀਂ ਸਾਰੇ ਜਿੰਨੇ ਧਰਮ ਨੇ ਉਹਨਾਂ ਦੀ ਗੱਲ ਕਰ ਲਈਏ ਕਿ ਅੱਜ ਅਸੀਂ ਸਿਰਫ ਪੋਸ਼ਾਕ ਪਾਈ ਨੂੰ ਵੇਖ ਕੇ ਕਹਿ ਰਹੇ ਨੇ ਕਿ ਇਹ ਬੜਾ ਗਿਆਨੀ ਹੈ ਜੀ, ਇਹ ਬੜਾ ਧਾਰਮਿਕ ਹੈ ਜੀ। ਉਹਦੇ ਅੰਦਰ ਤੇ ਵੜ ਕੇ ਦੇਖੋ। ਪੰਜਾਬੀ ਦੀ ਕਹਾਵਤ ਹੈ, ਰਾਹ ਪਏ ਜਾਣੀ ਹੈ ਜਾਂ ਵਾਹ ਪਏ ਜਾਣੀ ਹੈ। ਤੇ ਕਹਿਣ ਦਾ ਮਕਸਦ ਹੈਗਾ ਕਿ ਰਿਲੀਜਨ ਭਾਵੇਂ ਕੋਈ ਹੋਵੇ, ਸਭ ਤੋਂ ਵੱਡਾ ਜਿਹੜਾ ਧਰਮ ਹੈ ਉਹ ਮਾਨਵਤਾ ਹੈ। ਉਹਨਾਂ 'ਚ 90 ਤੋਂ 95% ਲੋਕੀ ਸਹੀ ਹੁੰਦੇ ਨੇ, ਇਹ 5% ਰੈਡੀਕਲ ਸੋਚਦੇ ਹੁੰਦੇ ਨੇ ਔਰ ਜਾਂ ਉਹ ਬੰਦੇ ਹੁੰਦੇ ਨੇ ਜਿਹੜਾ ਧਰਮ ਨੂੰ ਆਪਣੇ ਲਈ, ਆਪਣੀ ਨਿੱਜੀ ਰੋਟੀਆਂ ਲਈ ਇਸਤੇਮਾਲ ਕਰਦੇ। ਅਸੀਂ ਇੱਕ ਬੰਦੇ ਨੂੰ ਇੰਨੀ ਪਾਵਰ ਦੇਣੇ ਕਿਉਂ ਆ ਕਿ ਉਹ ਸਾਨੂੰ ਬਦਲ ਸਕੇ? ਆਪਾਂ ਇਸ ਗੱਲ ਨੂੰ ਆਪ ਨਹੀਂ ਸਮਝ ਸਕਦੇ। ਜਿਹੜਾ ਕੋਈ ਜਗਰਾਤਾ ਕਰਾ ਰਿਹਾ ਹੈ ਉਹਨੇ ਪੈਸੇ ਕਮਾਏ ਹੋਣਗੇ ਤਾਂ ਹੀ ਤੇ 8 ਲੱਖ ਫੀਸ ਭਰਦਾ ਉਹਦੀ। ਧਰਮ ਉਹ ਚੀਜ਼ ਹੈ ਜਿਹਦੇ ਨਾਲ ਤੁਹਾਡੀ ਆਤਮਾ ਜੁੜੀ ਹੋਈ ਹੈ। ਕਿਸੇ ਨੂੰ ਗੁਰੂ ਬਣਾਉਣ ਤੋਂ ਪਹਿਲੇ ਉਹਨੂੰ ਪਰਖ ਲਓ ਕਿ ਕਿੱਥੇ ਉਹ ਗੁਰੂ ਬਣਨ ਦੇ ਕਾਬਿਲ ਵੀ ਹੈ ਕਿ ਨਹੀਂ।
ਹਰ ਇੱਕ ਨੂੰ ਇਕੱਤਰਤਾ ਦਾ ਵਿੱਚ ਰਹਿਣ ਦੀ ਗੱਲ ਜਿਹੜੀ ਹੈ ਉਹਦੇ ਧਰਮਾਂ ਦੇ ਵਿੱਚ ਕਹੀ ਜਾਂਦੀ ਹੈ। ਪਰ ਜਿਹੜੇ ਲੋਕ ਵਿਤਕਰਾ ਕਰਨਾ ਸ਼ੁਰੂ ਕਰ ਦਿੰਦੇ ਨੇ, ਉਸ ਧਰਮ ਦਾ ਹੈ ਤੁਸੀਂ ਉਸ ਧਰਮ 'ਚ ਨਹੀਂ ਜਾਣਾ, ਜਾਂ ਫਿਰ ਇਸ ਧਰਮ ਦਾ ਉਹਦੇ ਨਾਲ ਬੈਠਣਾ ਨਹੀਂ, ਖਾਣਾ ਨਹੀਂ। ਜਿਹੜਾ ਅਗਰ ਤੁਹਾਡੇ ਦਰਸ਼ਕ ਇਹ ਦੇਖ ਲੈਣ, ਅਜਮਾ ਲੈਣ, ਬੁਲਾ ਲਓ ਇੱਕ ਹਿੰਦੂ ਨੂੰ, ਬੁਲਾ ਲਓ ਇੱਕ ਸਿੱਖ ਨੂੰ, ਬੁਲਾ ਲਓ ਇੱਕ ਮੁਸਲਮਾਨ ਨੂੰ, ਬੁਲਾ ਲਓ ਇੱਕ ਕ੍ਰਿਸਚਨ ਨੂੰ, ਉਹਨਾਂ ਨੂੰ ਕੋ ਆਪਣਾ ਪੂਰਾ ਮੂੰਹ ਖੋਲ ਕੇ ਮੂੰਹ ਬੰਦ ਕਰਨ ਤੇ ਇੱਕ ਆਵਾਜ਼ ਆਏਗੀ ਓਮ। ਮੂੰਹ ਖੋਲ ਕੇ ਜਦ ਮੂੰਹ ਬੰਦ ਕਰੋ ਤੇ ਉਸ ਟਾਈਮ ਆਪਣੇ ਜਿਹੜੇ ਬੁੱਲਾਂ ਨੂੰ ਟਾਈਟ ਕਰ ਲਓ ਤੇ ਆ ਊ ਤੇ ਮਾਂ ਦਾ ਮਿਸ਼ਰਣ ਹੈ ਓਮ। ਮੁਸਲਮਾਨਾਂ ਨੇ ਸੁਣਿਆ ਹੋਈਓ ਲੇਕਿਨ ਕਹਿਤਾ ਆਮੀਨ, ਅੰਗਰੇਜ਼ਾਂ ਨੇ ਵੀ ਉਹੀਓ ਸੁਣਿਆ ਲੇਕਿਨ ਕਹਿਤਾ ਐਮਨ। ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਨੇ ਕਿਹਾ ਹਾਂਜੀ ਓਮ ਹੈ ਲੇਕਿਨ ਇੱਕ ਅੱਗੇ ਲਗਾਤਾ ਇੱਕ ਓਮ। ਫਿਰ ਜਦ ਰੱਬ ਨੇ ਤੁਹਾਡੇ 'ਚ ਚੇਂਜ ਨਹੀਂ ਪਾਇਆ, ਤੁਸੀਂ 100 ਕਰੋੜ ਲੋਕਾਂ ਨੂੰ ਐਵੇਂ ਕਰੋ ਉਹਨਾਂ ਦਾ ਮੂੰਹ ਖੁਲਵਾ ਕੇ ਬੰਦ ਕਰਵਾ ਲਓ, ਓਮ ਹੀ ਨਿਕਲੇਗਾ। ਮਿੱਤਲ ਜੀ ਕਹਿੰਦੇ ਨੇ ਕਿ ਅਸੀਂ ਸਿਰਫ ਪਾਠ ਪੂਜਾ ਨੂੰ ਲੈ ਕੇ ਗੱਲ ਕਰ ਰਹੇ ਹਾਂ, ਕਿ ਅਸੀਂ ਉਹ ਮਰਿਆਦਾ ਦੀ ਗੱਲ ਕਰ ਰਹੇ ਹਾਂ। ਪਹਿਲੇ ਕ੍ਰਿਸਚੀਅਨਸ ਤੋਂ ਮਾਫੀ ਮੰਗੀ ਕਿ ਜੀ ਮੈਂ ਫਾਦਰ ਦਾ ਗ੍ਰੈਂਡਫਾਦਰ ਨਹੀਂ ਕਿਹਾ। ਫਿਰ ਉਹਨੇ ਮਿਊਜ਼ੀਸ਼ੀਅਨਾਂ ਤੋਂ ਮਾਫੀ ਮੰਗੀ ਕਿ ਜੀ ਮੈਂ ਤੁਹਾਨੂੰ ਗਲਤ ਨਹੀਂ ਕਿਹਾ। ਤੇ ਤੁਸੀਂ ਆਪਣੇ ਲੋਰ ਵਿੱਚ ਆਪਣੇ ਇਮੋਸ਼ਨਸ ਕੰਟਰੋਲ ਰੱਖੋ ਨਾ। ਅੱਜ ਤੁਸੀਂ ਇੱਕ ਪਬਲਿਕ ਫਿਗਰ ਹੋ, ਤੁਹਾਡੀ ਗੱਲ ਨੂੰ ਫੜਿਆ ਜਾਏਗਾ। ਅੱਜ ਜਿਹੜੀ ਇੰਨੀ ਡਿਬੇਟ ਹੋ ਰਹੀ ਹੈ ਕਿਉਂ ਹੈ? ਅਗਰ ਕਨਈਆ ਮਿੱਤਲ ਕੁਝ ਨਾ ਹੁੰਦਾ, ਇੱਕ ਰਾਸ਼ਨ ਵੇਚਣ ਵਾਲਾ ਦੁਕਾਨਦਾਰ ਹੁੰਦਾ, ਤੇ ਕੀ ਇੰਨੀ ਡਿਬੇਟ ਹੁੰਦੀ? ਉਹਦਾ ਬੋਲਣਾ, ਉਹਨੂੰ ਆਪਣੇ ਬੋਲਣ ਤੋਂ ਪਹਿਲੇ ਤੋਲਣਾ ਚਾਹੀਦਾ ਹੈ ਕਿ ਮੈਂ ਕੀ ਬੋਲ ਰਿਹਾ। ਜੇ ਮੈਸੇਜ ਦਿੰਦਾ ਕਿ ਜੀ ਜਗਰਾਤਾ ਉਹਨਾਂ ਤੋਂ ਕਰਾਵੋ ਜਿਹੜੇ ਮਰਿਆਦਾ ਵਿੱਚ ਰਹਿੰਦੇ ਹੋਣ, ਜਿਹੜੇ ਸਨਾਤਨੀ ਪਰੰਪਰਾ ਨੂੰ ਜਾਣਦੇ ਹੋਣ, ਕਿ ਵੀ ਉਹਨਾਂ ਤੋਂ ਜਗਰਾਤਾ ਕਰਾਓ, ਬਿਲਕੁਲ ਠੀਕ ਗੱਲ ਸੀ। ਇਹ ਮੁਸਲਮਾਨਾਂ ਦੀ ਵਿਚਕਾਰ ਵਰਡ ਐਡ ਕਰਕੇ ਤੂੰ ਇਹ ਕੰਟਰੋਵਰਸੀ ਕੀਤੀ। ਮੈਨੂੰ ਤਾਂ ਲੱਗਦਾ ਸਲੀਮ ਤੇ ਕਨਈਆ ਮਿੱਤਲ ਨੇ ਮਿਲ ਕੇ ਇਹ ਕੰਟਰੋਵਰਸੀ ਕ੍ਰੀਏਟ ਕੀਤੀ ਹੈ। ਪੰਜਾਬ ਦੇ ਬੰਦਿਆਂ ਨੂੰ ਇਸ ਕੰਮ ਲਾਤਾ ਹੈ ਕਿ ਇਹ ਦੋਨਾਂ ਨੂੰ ਡਿਸਕਸ ਕਰੀ ਜਾਓ। ਉਹ ਤੇ ਉੱਥੇ ਬੈਠ ਕੇ ਫਰੀ ਦੀ ਪਬਲਿਸਿਟੀ ਕੱਟ ਰਹੇ ਨੇ। ਉਹ ਕਰੋੜਾਂ ਰੁਪਏ 'ਚ ਵੀ ਇੰਨੀ ਪਬਲਿਸਿਟੀ ਨਹੀਂ ਖੱਟਦੇ ਜਿਹੜੀ ਕਿ ਅਸੀਂ ਦੇ ਰਹੇ ਹਾਂ ਉਹਨਾਂ ਨੂੰ। ਬੀਤੀ ਦਿਨੀ ਕੁਝ ਮਾਮਲੇ ਜਿਹੜੇ ਨੇ ਲਗਾਤਾਰ ਭਖ ਰਹੇ ਨੇ। ਉਹ ਮਾਮਲੇ ਮਿੱਤਲ ਅਤੇ ਸਲੀਮ ਨੂੰ ਲੈ ਕੇ ਕਾਫੀ ਜਿਹੜੇ ਸਵਾਲ ਹੈ ਉਹ ਲੋਕਾਂ ਦੇ ਖੜੇ ਹੋ ਰਹੇ ਨੇ। ਕੀ ਧਰਮਾਂ ਦੇ ਵਿੱਚ ਇਹ ਵੰਡ ਕਰਨੀ ਸਹੀ ਹੈ? ਕਿ ਹਿੰਦੂ ਮੁਸਲਿਮ ਦੇ ਨਾਲ ਜਿਹੜਾ ਇਹ ਵਿਵਾਦਿਤ ਬਿਆਨ ਜਿਹੜਾ ਇੱਕ ਪੱਖ ਤੋਂ ਦੂਜੇ ਪੱਖ ਤੱਕ ਜਾਣਾ, ਕੀ ਇਹ ਸਹੀ ਹੈ? ਇਹ ਸਾਰੀ ਗੱਲਬਾਤ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰਾਜਾ ਜੀ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਦੇ ਵਿੱਚ। ਧੰਨਵਾਦ ਸੰਨੀ ਜੀ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ। ਸਰ ਮਿੱਤਲ ਜੀ ਵੱਲੋਂ ਬਿਆਨ ਆ ਰਿਹਾ ਹੈ ਕਿ ਜਿਹੜੇ ਸਲੀਮ ਜੀ ਨੇ ਉਹਨਾਂ ਤੋਂ ਨਾ ਤਾਂ ਕਵਾਲੀ ਗਵਾਉਣੀ ਚਾਹੀਦੀ ਹੈ, ਤਾਂ ਨਾ ਹੀ ਉਹਨਾਂ ਨੂੰ ਜਾਗਰਣ ਦੇ ਵਿੱਚ ਕਵਾਲੀ ਨੂੰ ਲੈ ਕੇ ਵਿਵਾਦ ਕੀਤੇ ਜਾ ਰਹੇ, ਤੇ ਪਲੱਸ ਕਿਹਾ ਜਾ ਰਿਹਾ ਹੈ ਕਿ ਮੁਸਲਮਾਨ ਤੋਂ ਜਾਗਰਣ ਨਾ ਕਰਵਾਓ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਬਿਆਨ ਨੂੰ? ਦੇਖੋ ਸੰਨੀ ਜੀ, ਮੈਂ ਪਹਿਲੇ ਵੀ ਕਹਿ ਚੁੱਕਿਆ ਵਾਂ ਔਰ ਮੇਰਾ ਇਹ ਮੰਨਣਾ ਹੈ ਕਿ ਵੀ ਇਹ ਲੋਕ ਜਦ ਇਹਨਾਂ ਨੂੰ ਲੋਕਾਂ ਦਾ ਪਿਆਰ ਮਿਲਣਾ ਸ਼ੁਰੂ ਹੋ ਜਾਂਦਾ ਹੈ, ਇਹਨਾਂ ਦਾ ਜਿਸ ਤਰ੍ਹਾਂ ਇਹਦਾ ਗਾਣਾ ਹਿੱਟ ਹੋਇਆ ਕਿ ਜੋ ਰਾਮ ਕੋ ਲਾਏ ਹੈ ਹਮ ਉनको ਲਾਏਂਗੇ। ਮੈਂ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਵੀ ਤੁਹਾਡੀ ਕੀ ਔਕਾਤ ਹੈ ਕਿ ਤੁਸੀਂ ਰਾਮ ਨੂੰ ਲੈ ਕੇ ਆ ਸਕੋ। ਰਾਮ ਤ੍ਰੇਤਾ 'ਚ ਆਏ ਸਨ, ਠੀਕ ਹੈ। ਤੇਰਾ ਹਾਲੀ ਉਮਰ ਮੇਰੇ ਖਿਆਲ 35-40 ਸਾਲ ਹੀ ਹੋਣੀ ਹੈ, ਠੀਕ ਹੈ। ਤੇਰੀ ਕੀ ਤਾਕਤ ਹੈ ਕਿ ਤੂੰ ਰਾਮ ਨੂੰ ਲੈ ਕੇ ਆਏਗਾ? ਆਦਮੀ ਦੇ ਅੰਦਰੋਂ ਉਹੀਓ ਬੋਲ ਨਿਕਲਦੇ ਨੇ ਜੋ ਉਹਦੇ ਅੰਦਰ ਦੀ ਭਾਵਨਾ ਹੋਵੇ। ਤੇ ਕਿਤੇ ਨਾ ਕਿਤੇ ਜਿਹੜੇ ਲੋਕ ਇਹ ਬੋਲ ਰਹੇ ਨੇ ਔਰ ਜਿਹੜੇ ਇਹਨੂੰ ਐਪਰੀਸ਼ੀਏਟ ਕਰ ਰਹੇ ਨੇ, ਮੈਂ ਇਹਨੂੰ ਅਹੰਕਾਰ ਦੀ ਲੈਂਗੁਏਜ ਕਹਾਂਗਾ। ਹੋਣਾ ਚਾਹੀਦਾ ਸੀ ਜੋ ਰਾਮ ਕੇ ਸੇਵਕ ਹੈ ਹਮ ਉनको ਲਾਏਂਗੇ। ਮੈਨੂੰ ਕਈ ਬੰਦਿਆਂ ਨੇ ਕਿਹਾ ਵੀ ਰਾਮ ਜੀ ਉੱਥੇ ਟੈਂਟ 'ਚ ਹੈਗੇ ਸਨ ਤੇ ਅਸੀਂ ਇਸ ਵਾਸਤੇ ਕਹਿੰਦੇ ਹਾਂ ਵੀ ਟੈਂਟ ਤੋਂ ਬਾਹਰ ਕੱਢ ਕੇ ਲਿਆਏ ਆ। ਬੰਦਾ ਪੁੱਛੇ ਕੀ ਖਾਲੀ ਰਾਮ ਜੀ ਦੀ ਪੂਜਾ ਅਯੋਧਿਆ 'ਚ ਹੀ ਹੁੰਦੀ ਹੈ? ਠੀਕ ਹੈ, ਰਾਮ ਜੀ ਦੀ ਪੂਜਾ ਤੇ ਹਰ ਜਗ੍ਹਾ ਹੈ। ਔਰ ਇੱਕ ਗੱਲ ਮੈਂ ਆਪ ਜੀ ਨੂੰ ਦੱਸਾਂ ਸੰਨੀ ਜੀ, ਗੁਰੂ ਉਹੀਓ ਪ੍ਰਸੰਨ ਹੁੰਦਾ ਹੈ ਕਿ ਜਿਹੜਾ ਉਹਦਾ ਚੇਲਾ ਉਹਦੀ ਗੱਲਾਂ ਨੂੰ ਮੰਨ ਕੇ ਉਸ ਗੱਲਾਂ ਦੇ ਉੱਤੇ ਖਰਾ ਉਤਰੇ। ਅੱਜ ਤੁਸੀਂ ਜੈ ਸ਼੍ਰੀ ਰਾਮ ਜਿੰਨਾ ਮਰਜ਼ੀ ਕਰੀ ਜਾਓ,
ਰਾਮ ਜੀ ਦੇਖਦੇ ਹੋਣਗੇ ਕਿ ਮੈਂ ਤੇ ਮਰਿਆਦਾ ਪੁਰਸ਼ੋਤਮ ਸਾਂ, ਮੈਂ ਤੇ ਜਿਹੜਾ ਵੀ ਵਾਅਦਾ ਕੀਤਾ ਉਹ ਵਾਅਦੇ ਪਿੱਛੇ ਮੈਂ ਆਪਣੇ ਪ੍ਰਾਣ ਵੀ ਦੇ ਦਿੱਤੇ। ਠੀਕ ਹੈ ਨਾ ਜੀ। ਉਹਨਾਂ ਨੇ ਇੱਕ ਗੱਲ ਕਹੀ ਕਿ ਵੀ ਪ੍ਰਾਣ ਰਘੂਕੁਲ ਰੀਤ ਸਦਾ ਚਲੀ ਜਾਈ, ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਕਹਿਣ ਦਾ ਮਤਲਬ ਪ੍ਰਾਣ ਚਲੇ ਜਾਣ, ਵਚਨ ਨਹੀਂ ਜਾਣਾ ਚਾਹੀਦਾ। ਇੱਥੇ ਤਾਂ ਰੋਜ਼ ਝੂਠ ਅੱਜ ਕੱਲ੍ਹ ਚੱਲਦਾ, ਔਰ ਅਸੀਂ ਸਾਡਾ ਸਮਾਜ ਇਹੋ ਜਿਹਾ ਨਿਰਮਿਤ ਹੋ ਗਿਆ ਹੈ ਕਿ ਅਗਰ ਕਿਸੇ ਦੀ ਪਿੱਠ ਪਿੱਛੇ ਛੁਰਾ ਮਾਰੋ ਜਾਂ ਕਿਸੇ ਨੂੰ ਧੋਖਾ ਦੇਵੋ, ਉਹ ਕਹਿੰਦਾ ਬੜਾ ਸਮਾਰਟ ਆਦਮੀ ਹੈ। ਇਹਦਾ ਮਤਲਬ ਹੈ ਕਿ ਤੁਸੀਂ ਕਿੱਥੇ ਵਿਸ਼ਵਾਸ ਕਰੋਗੇ। ਐਵੇਂ ਨਹੀਂ ਕਿਸੇ ਨੇ ਕਿਹਾ ਜਦ ਸ਼ਿਵ ਜੀ ਨੇ ਜਿਹੜਾ ਹਲਾ ਹਲ ਲਿੱਤਾ ਤੇ ਉਹਨਾਂ ਨੇ ਕਿਹਾ ਵੀ ਇਹ ਕੀ ਹੈ, ਕਹਿੰਦੇ ਵੀ ਇਹ ਵਿਸ਼ ਦਾ ਵਾਸ ਹੈ। ਤੇ ਅਗਰ ਵਿਸ਼ਵਾਸ ਅਰਥ ਨੂੰ ਅਗਰ ਤੁਸੀਂ ਜੋੜੋਗੇ ਤੇ ਉਹ ਵਿਸ਼ ਦਾ ਵਾਸ ਹੈ। ਜੇ ਤੇ ਤੁਹਾਡਾ ਸੈੱਟ ਬੈਠ ਗਿਆ ਤੇ ਉਹ ਗਲੇ ਤੱਕ ਰਹੇਗਾ, ਤੁਹਾਡੀ ਬਾਡੀ ਨੂੰ ਡਿਸਟਰਬ ਨਹੀਂ ਕਰੇਗਾ। ਜੇ ਧੋਖਾ ਖਾ ਗਏ ਤੇ ਉਹ ਤੁਹਾਨੂੰ ਸਾਰੀ ਉਮਰ ਸਾਲਦਾ ਰਹਿੰਦਾ। ਤੇ ਕਹਿਣ ਦਾ ਮਤਲਬ ਹੈ ਕਿ ਇਨ ਲੋਕਾਂ ਨੂੰ ਇਨ ਗੱਲਾਂ ਤੋਂ ਬਚਣਾ ਚਾਹੀਦਾ ਹੈ। ਸਮਾਜ ਦੇ ਅੰਦਰ ਵਿਤਕਰਾ ਨਹੀਂ ਪੈਦਾ ਕਰਨਾ ਚਾਹੀਦਾ। ਤੈਨੂੰ ਬੀਜੇਪੀ ਦੀ ਟਿਕਟ ਚਾਹੀਦੀ ਹੈ ਜਾਂ ਤੂੰ ਬੀਜੇਪੀ ਦੇ ਲਈ ਕੰਮ ਕਰ ਰਿਹਾ ਤੇ ਖੁੱਲ੍ਹ ਕੇ ਕੰਮ ਕਰਨਾ। ਕੌਣ ਇਨਕਾਰ ਕਰ ਰਿਹਾ? ਬੀਜੇਪੀ ਤੇ ਇਨਕਾਰ ਨਹੀਂ ਕਰ ਰਹੀ, ਕੋਈ ਹੋਰ ਇਨਕਾਰ ਨਹੀਂ ਕਰਦਾ। ਇੰਨੀ ਬੀਜੇਪੀ ਇਸ ਟਾਈਮ ਵਰਲਡ ਦੀ ਸਭ ਤੋਂ ਵੱਡੀ ਪਾਰਟੀ ਹੈ। ਜਿਹੜੇ ਲੋਕ ਉਹਦੇ ਲਈ ਕੰਮ ਕਰ ਰਹੇ ਨੇ ਉਹਦਾ ਕੋਈ ਵਿਰੋਧ ਥੋੜ੍ਹੀ ਹੈ। ਤੂੰ ਵੀ ਖੁੱਲ੍ਹ ਕੇ ਕਹਿ ਕਿ ਮੈਂ ਬੀਜੇਪੀ ਦਾ ਏਜੰਡਾ ਚਲਾ ਰਿਹਾ ਵਾਂ, ਫੇਰ ਇਨਫ। ਉਧਰ ਜਾਗਰਣ ਕਰਾਉਣ ਵਾਲੇ ਦੇਖਣਗੇ ਫਿਰ ਤੇਰਾ ਸਟੇਜ ਤੋਂ ਬੀਜੇਪੀ ਦਾ ਏਜੰਡਾ ਚੱਲਣ ਦੇਣ ਜਾਂ ਨਾ ਚੱਲਣ ਦੇਣ। ਮੈਂ ਦੂਜੀ ਗੱਲ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਵਾਂ ਕਿ ਕੀ ਸਨਾਤਨ ਦੀ ਸਮਝ ਤੈਨੂੰ ਹੀ ਹੈ? ਜਿਹੜੇ ਇੰਨੇ ਸਾਲਾਂ ਤੋਂ ਜਗਰਾਤਾ ਕਰਾ ਰਹੇ ਨੇ ਕਿ ਉਹਨਾਂ ਨੂੰ ਸਮਝ ਨਹੀਂ ਹੈ? ਇਹਦਾ ਮਤਲਬ ਤੂੰ ਕਹਿ ਰਿਹਾ ਕਿ ਅੱਜ ਤੱਕ ਜਿੰਨੇ ਵੀ ਜਗਰਾਤੇ ਹੋਏ ਨੇ ਜਾਂ ਜਿਹਦੇ 'ਚ ਜਾ ਕੇ ਸਲੀਮ ਨੇ ਗਾਇਆ ਹੈ ਉਹ ਗਲਤ ਹੈ। ਮੈਂ ਕੱਲ ਪਰਸੋਂ ਹੀ ਕਿਸੇ ਨੂੰ ਸੁਣ ਰਿਹਾ ਸੀ, ਉਹਨੇ ਬੜੀ ਸੋਹਣੀ ਗੱਲ ਕੀ। ਉਹਨੇ ਕਿਹਾ ਜੀ ਗਣੇਸ਼ ਵੰਦਨਾ ਅਸੀਂ ਕਿਸੇ ਹੋਰ ਤੋਂ ਕਰਾਉਂਦੇ ਹਾਂ, ਤਾਰਾ ਦੇਵੀ ਦੀ ਕਥਾ ਅਸੀਂ ਕਿਸੇ ਹੋਰ ਤੋਂ ਕਰਾਉਂਦੇ ਹਾਂ। ਵਿਚਕਾਰ ਲੋਕਾਂ ਨੂੰ ਬੰਧਨ ਵਾਸਤੇ ਜਾਂ ਲੋਕਾਂ ਦੀ ਮਾਤਾ ਨਾਲ ਲਿਵ ਜੋੜਨ ਵਾਸਤੇ ਅਸੀਂ ਚੰਗੇ ਕਲਾਕਾਰ ਬੁਲਾਉਂਦੇ ਹਾਂ। ਲੇਕਿਨ ਕੀ ਉਹਨਾਂ ਨੂੰ ਮਰਿਆਦਾ ਨਹੀਂ ਪਤਾ? ਤੂੰ ਨया ਮਰਿਆਦਾ ਸਿਖਾਉਣਾ ਹੈ। ਤੇ ਕਹਿਣ ਦਾ ਮਕਸਦ ਹੈਗਾ ਕਿ ਇਨ ਚੀਜ਼ਾਂ ਤੋਂ ਬਾਹਰ ਹਟਣਾ ਚਾਹੀਦਾ ਹੈ। ਚਾਹੇ ਉਹ ਸਲੀਮ ਹੈ, ਚਾਹੇ ਕੋਈ ਵੀ ਹੈ। ਅਸੀਂ ਕਿਸੇ ਦੇ ਲਈ ਇੱਥੇ ਮੈਂ ਉਹਨਾਂ ਦਾ ਪੱਤਰਕਾਰ ਉਹ ਕੀ ਕਹਿੰਦੇ ਨੇ ਉਹਨਾਂ ਦਾ ਸਪੋਕਸਮੈਨ ਬਣ ਕੇ ਨਹੀਂ ਬੈਠਾ ਹੋਇਆ। ਮੇਰਾ ਮਕਸਦ ਹੈ ਕਿ ਤੁਹਾਡੇ ਜ਼ਹਿਰ ਦੇ ਨਾਲ ਅਗਰ ਸੁਸਾਇਟੀ ਦੇ ਅੰਦਰ ਵਿਤਕਰਾ ਪੈਦਾ ਹੋ ਰਿਹਾ ਹੈ ਤੇ ਅਸੀਂ ਤੁਹਾਨੂੰ ਰੋਕਾਂਗੇ, ਅਸੀਂ ਤੁਹਾਨੂੰ ਟੋਕਾਂਗੇ, ਅਸੀਂ ਤੁਹਾਨੂੰ ਸਮਝਾਵਾਂਗੇ ਕਿ ਤੁਸੀਂ ਇੱਕ ਸਿੰਗਰ ਹੋ। ਸਮਾਜ ਅੱਜ ਤੁਹਾਨੂੰ ਸੁਣ ਰਿਹਾ, ਸਮਾਜ ਤੁਹਾਡੀ ਮੰਨ ਰਿਹਾ। ਫਿਰ ਕੋਈ ਚੰਗੀ ਗੱਲਾਂ ਮਨਵਾਓ ਨਾ। ਇਹ ਕਿਉਂ ਵਿਤਕਰਾ ਪੈਦਾ ਕਰ ਰਹੇ ਹੋ? ਇਹ ਤੁਸੀਂ ਕਹੋ ਕਿ ਵੀ ਜਿਹੜਾ ਜਗਰਾਤਾ ਕਰੇ ਉਹ ਮਰਿਆਦਾ 'ਚ ਹੋਣਾ ਚਾਹੀਦਾ। ਮੈਂ ਤਾਂ ਫਿਰ ਕਹਾਂਗਾ ਕਿ ਵੈਸ਼ਨੂ ਦੇਵੀ ਮਾਤਾ ਦਾ ਅਗਰ ਜਗਰਾਤਾ ਕਰਨਾ ਹੈ ਤੇ ਬੰਦਾ ਫਿਰ ਪੂਰਾ ਵੈਸ਼ਨੂ ਹੋਣਾ ਚਾਹੀਦਾ। ਫਿਰ ਉਹ ਤਾਂ ਦਾਰੂ ਵੀ ਨਹੀਂ ਪੀਣਾ ਚਾਹੀਦਾ, ਉਹਨੂੰ ਮੀਟ ਮੁਰਗਾ ਵੀ ਨਹੀਂ ਖਾਣਾ ਚਾਹੀਦਾ। ਕੀ ਜਿੰਨੇ ਜਗਰਾਤੇ ਕਰ ਰਹੇ ਨੇ ਇਹ ਦੱਸ ਸਕਦੇ ਨੇ ਕਿ ਇਹ ਵਾਕਈ ਕੀ ਕਹਿੰਦੇ ਨੇ ਵੈਸ਼ਨੂ ਹੈਗੇ ਨੇ? ਠੀਕ ਹੈ ਜੀ। ਮੈਂ ਇੱਕ ਪਹਿਲੇ ਵੀ ਇੱਕ ਗੱਲ ਕਹੀ ਸੀ ਕਿ ਅਸੀਂ ਖਾਲੀ ਆਪਾਂ ਜਗਰਾਤੇ ਦੀ ਗੱਲ ਨਾ ਕਰੀਏ, ਅਸੀਂ ਸਾਰੇ ਜਿੰਨੇ ਧਰਮ ਨੇ ਉਹਨਾਂ ਦੀ ਗੱਲ ਕਰ ਲਈਏ ਕਿ ਅੱਜ ਅਸੀਂ ਸਿਰਫ ਪੋਸ਼ਾਕ ਪਾਈ ਨੂੰ ਵੇਖ ਕੇ ਕਹਿ ਰਹੇ ਨੇ ਕਿ ਇਹ ਬੜਾ ਗਿਆਨੀ ਹੈ ਜੀ, ਇਹ ਬੜਾ ਧਾਰਮਿਕ ਹੈ ਜੀ। ਉਹਦੇ ਅੰਦਰ ਤੇ ਵੜ ਕੇ ਦੇਖੋ। ਪੰਜਾਬੀ ਦੀ ਕਹਾਵਤ ਹੈ ਰਾਹ ਪਏ ਜਾਣੀ ਹੈ ਜਾਂ ਵਾਹ ਪਏ ਜਾਣੀ ਹੈ। ਠੀਕ ਹੈ ਜੀ। ਅੱਜ ਤੁਸੀਂ ਗੱਲ ਕਰੋ ਤੇ ਮੈਨੂੰ ਕੋਈ ਕਹਿਣਗੇ ਵੀ ਤੁਸੀਂ ਸਿੱਖ ਹੋ ਤੇ ਤੁਸੀਂ ਸਿੱਖਾਂ ਬਾਰੇ ਗੱਲ ਨਹੀਂ ਕਰਦੇ। ਮੈਂ ਉਹਨਾਂ ਨੂੰ ਵੀ ਕਹਿਣਾ ਵਾ ਕਿ ਜਿਹੜੇ ਗੁਰਦੁਆਰੇ ਦੇ ਅੰਦਰ ਤੁਸੀਂ ਤਲਵਾਰਾਂ ਚਲਾ ਰਹੇ ਹੋ, ਕਿਹਦੇ ਵਾਸਤੇ? ਗੋਲਕ ਵਾਸਤੇ। ਮਹਾਰਾਜ ਨੇ ਤੇ ਸਾਨੂੰ ਮਾਇਆ ਤੋਂ ਕੱਢਣ ਦਾ ਹੁਕਮ ਦਿੱਤਾ ਸੀ, ਸਿੰਘ ਨੂੰ ਸਾਜਿਆ ਸੀ। ਅਸੀਂ ਮਾਇਆ ਦੇ ਵਿੱਚ ਹੀ ਲੁਪਤ ਹੋ ਗਏ। ਤੇ ਕਹਿਣ ਦਾ ਮਕਸਦ ਹੈਗਾ ਕਿ ਰਿਲੀਜਨ ਭਾਵੇਂ ਕੋਈ ਹੋਵੇ, ਸਭ ਤੋਂ ਵੱਡਾ ਜਿਹੜਾ ਧਰਮ ਹੈ ਉਹ ਮਾਨਵਤਾ ਹੈ। ਸਾਰੇ ਸਮਾਜ 'ਚ ਸਨੀ ਜੀ ਜਿੰਨੇ ਵੀ ਧਰਮ ਨੇ ਉਹਨਾਂ 'ਚ 90 ਤੋਂ 95% ਲੋਕੀ ਸਹੀ ਹੁੰਦੇ ਨੇ। ਇਹ 5% ਰੈਡੀਕਲ ਸੋਚਦੇ ਹੁੰਦੇ ਨੇ ਔਰ ਜਾਂ ਉਹ ਬੰਦੇ ਹੁੰਦੇ ਨੇ ਜਿਹੜਾ ਧਰਮ ਨੂੰ ਆਪਣੇ ਲਈ, ਆਪਣੀ ਨਿੱਜੀ ਰੋਟੀਆਂ ਲਈ ਇਸਤੇਮਾਲ ਕਰਦੇ ਨੇ। ਜੀ ਤਾਂ ਕੀ ਲੱਗਦਾ ਸਰ, ਧਰਮਾਂ ਦੇ ਨਾਮ ਤੋਂ ਲੋਕਾਂ ਨੂੰ ਵੰਡਣਾ ਕਿੰਨਾ ਕੁ ਜਾਇਜ਼ ਹੈ? ਮੈਂ ਕਹਿੰਦਾ ਜਾਇਜ਼ ਕੀ ਹੈ? ਦੇਖੋ ਇਹਦੇ ਵਿੱਚ ਨਾ ਅਸੀਂ ਇੱਕ ਬੰਦੇ ਨੂੰ ਇੰਨੀ ਪਾਵਰ ਦੇਣੀ ਕਿਉਂ ਆ ਕਿ ਉਹ ਸਾਨੂੰ ਬਦਲ ਸਕੇ? ਆਪਾਂ ਇਸ ਗੱਲ ਨੂੰ ਆਪ ਨਹੀਂ ਸਮਝ ਸਕਦੇ। ਜਿਹੜਾ ਕੋਈ ਜਗਰਾਤਾ ਕਰਾ ਰਿਹਾ ਹੈ ਉਹਨੇ ਪੈਸੇ ਕਮਾਏ ਹੋਣਗੇ ਤਾਂ ਹੀ ਤਾਂ 8 ਲੱਖ ਫੀਸ ਭਰਦਾ ਉਹਦੀ, ਜਾਂ ਕਿਸੇ ਦੀ 3 ਲੱਖ ਫੀਸ ਹੈ, 5 ਲੱਖ ਫੀਸ ਹੈ। ਤੁਸੀਂ ਅਗਰ ਕੋਈ ਬੰਦਾ ਆ ਰਿਹਾ ਹੈ ਉਹਦੀ ਗੱਲ ਨੂੰ ਸੋਚੋ, ਵਿਚਾਰੋ, ਉਹਦੇ ਉੱਤੇ ਧਿਆਨ ਦਿਓ
ਜਦ ਤੁਸੀਂ ਆਪਣੇ ਬਿਜ਼ਨਸ ਵਾਸਤੇ ਵੀ ਸਾਰੇ ਰਿਸਕ ਦੇਖਦੇ ਹੋ, ਤੇ ਧਰਮ ਉਹ ਚੀਜ਼ ਹੈ ਜਿਹਦੇ ਨਾਲ ਤੁਹਾਡੀ ਆਤਮਾ ਜੁੜੀ ਹੋਈ ਹੈ। ਕਿਸੇ ਨੂੰ ਗੁਰੂ ਬਣਾਉਣ ਤੋਂ ਪਹਿਲੇ ਉਹਨੂੰ ਪਰਖ ਲਓ ਕਿ ਕਿੱਥੇ ਉਹ ਗੁਰੂ ਬਣਨ ਦੇ ਕਾਬਿਲ ਵੀ ਹੈ ਕਿ ਨਹੀਂ। ਨਹੀਂ ਤੇ ਤੁਸੀਂ ਦੇਖੋ ਜਿੰਨੇ ਵੱਡੇ ਗੁਰੂ ਨੇ ਅੱਜ ਦੀ ਡੇਟ ਵਿੱਚ ਮੈਕਸਿਮਮ ਜੇਲ੍ਹਾਂ 'ਚ ਬੈਠੇ ਨੇ। ਕੀ ਇਹ ਧਰਮ ਦੀ ਹਾਨੀ ਨਹੀਂ? ਇਹ ਧਰਮ ਦਾ ਬਹੁਤ ਵੱਡਾ ਨੁਕਸਾਨ ਹੈ। ਤੇ ਇਸ ਵਾਸਤੇ ਜਿਹੜਾ ਧਰਮ ਹੈ ਉਹ ਸਭ ਤੋਂ ਵੱਡਾ ਮਾਨਵਤਾ ਦਾ ਧਰਮ ਹੈ। ਔਰ ਅਗਰ ਕਿਸੇ ਨੂੰ ਧਾਰਮਿਕ ਤੌਰ ਦੇ ਉੱਤੇ ਤੁਸੀਂ ਅਗਰ ਮੈਂ ਕੋਟ ਹੈਗਾ ਕਿ ਜਿਹੜੇ ਅੱਜ ਰੱਬ ਨੂੰ ਨਹੀਂ ਮੰਨਦੇ, ਜਿਹੜੇ ਅੱਜ ਨਾਸਤਿਕ ਨੇ, ਕਿਸੇ ਜ਼ਮਾਨੇ 'ਚ ਬਹੁਤ ਵੱਡੇ ਆਸਤਿਕ ਸਨ, ਲੇਕਿਨ ਜਦ ਉਹਨਾਂ ਨੇ ਆਪਣੇ ਜਿਨ੍ਹਾਂ ਨੂੰ ਉਹ ਮੰਨਦੇ ਸਨ ਉਹਨਾਂ ਤੋਂ ਧੋਖਾ ਖਾਧਾ ਤੇ ਉਹਨਾਂ ਨੇ ਡਿਕਲੇਅਰ ਕਰਤਾ ਰੱਬ ਨਹੀਂ ਹੈ। ਤੇ ਇਹਦਾ ਮਤਲਬ ਕੀ ਹੋ ਗਿਆ ਕਿ ਜਿਹਨੂੰ ਅਸੀਂ ਆਪਣੀ ਆਤਮਾ ਸੌਂਪਣੀ ਹੈ, ਜਿਹਦੇ ਗਿਆਨ ਦੇ ਨਾਲ ਅਸੀਂ ਆਪਣੇ ਪਰਿਵਾਰ ਨੂੰ ਚਲਾਉਣਾ ਹੈ, ਅਸੀਂ ਦੇਖ ਲਈ ਉਹ ਗੁਰੂ ਬਣਨ ਦੇ ਯੋਗ ਹੈ ਵੀ ਕਿ ਨਹੀਂ ਹੈ। ਜੀ, ਧਰਮ ਜਿਹੜਾ ਵਾ ਹਰ ਇੱਕ ਮਨੁੱਖਤਾ ਨੂੰ ਇੱਕ ਇਨਸਾਨੀਅਤ ਦੇ ਨਾਤੇ ਜੇਕਰ ਗੱਲ ਕਰੀਏ ਆਪਾਂ ਕਿ ਹਰ ਧਰਮ ਜਿਹੜਾ ਹੈ ਇੱਕ ਮਨੁੱਖਤਾ ਦਾ ਪਾਠ ਪੜ੍ਹਾਉਂਦਾ ਹੈ। ਹਰ ਇੱਕ ਨੂੰ ਇਕੱਤਰਤਾ ਦਾ ਵਿੱਚ ਰਹਿਣ ਦੀ ਗੱਲ ਜਿਹੜੀ ਹੈ ਉਹਦੇ ਧਰਮਾਂ ਦੇ ਵਿੱਚ ਕਹੀ ਜਾਂਦੀ ਹੈ। ਪਰ ਜਿਹੜੇ ਲੋਕ ਵਿਤਕਰਾ ਕਰਨਾ ਸ਼ੁਰੂ ਕਰ ਦਿੰਦੇ ਨੇ, ਉਸ ਧਰਮ ਦਾ ਹੈ ਤੁਸੀਂ ਉਸ ਧਰਮ 'ਚ ਨਹੀਂ ਜਾਣਾ, ਜਾਂ ਫਿਰ ਇਸ ਧਰਮ ਦਾ ਉਹਦੇ ਨਾਲ ਬੈਠਣਾ ਨਹੀਂ, ਖਾਣਾ ਨਹੀਂ, ਇਹ ਗੱਲਾਂ ਕੀ ਜਾਇਜ਼ ਨੇ ਕਰਨੀਆਂ, ਜਾਂ ਫਿਰ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਵੰਡ ਵੰਡਾਈ ਕਰਨਾ ਕਿੰਨਾ ਕਿੰਨਾ ਠੀਕ ਲੱਗਦਾ ਤੁਹਾਨੂੰ? ਅੱਜ ਸੰਨੀ ਜੀ ਮੈਂ ਤੁਹਾਨੂੰ ਇੱਕ ਇਹੋ ਜਿਹਾ ਫਾਰਮੂਲਾ ਦੇਣ ਲੱਗਾ ਵਾਂ ਕਿ ਜਿਹੜਾ ਅਗਰ ਤੁਹਾਡੇ ਦਰਸ਼ਕ ਇਹ ਦੇਖ ਲੈਣ ਤੇ ਅਜਮਾ ਲੈਣ। ਬੁਲਾ ਲਓ ਇੱਕ ਹਿੰਦੂ ਨੂੰ, ਬੁਲਾ ਲਓ ਇੱਕ ਸਿੱਖ ਨੂੰ, ਬੁਲਾ ਲਓ ਇੱਕ ਮੁਸਲਮਾਨ ਨੂੰ, ਬੁਲਾ ਲਓ ਇੱਕ ਕ੍ਰਿਸਚਨ ਨੂੰ, ਉਹਨਾਂ ਨੂੰ ਕਹੋ ਆਪਣਾ ਪੂਰਾ ਮੂੰਹ ਖੋਲ ਕੇ ਮੂੰਹ ਬੰਦ ਕਰਨ, ਠੀਕ ਹੈ ਜੀ। ਤੇ ਇੱਕ ਆਵਾਜ਼ ਆਏਗੀ ਓਮ। ਮੂੰਹ ਖੋਲ ਕੇ ਜਦ ਮੂੰਹ ਬੰਦ ਕਰੋ ਤੇ ਉਸ ਟਾਈਮ ਆਪਣੇ ਜਿਹੜੇ ਬੁੱਲਾਂ ਨੂੰ ਟਾਈਟ ਕਰ ਲਓ ਤੇ ਆ ਊ ਤੇ ਮਾਂ ਦਾ ਮਿਸ਼ਰਣ ਹੈ ਓਮ। ਮੁਸਲਮਾਨਾਂ ਨੇ ਸੁਣਿਆ ਹੋਈਓ ਲੇਕਿਨ ਕਹਿਤਾ ਆਮੀਨ, ਅੰਗਰੇਜ਼ਾਂ ਨੇ ਵੀ ਉਹੀਓ ਸੁਣਿਆ ਲੇਕਿਨ ਕਹਿਤਾ ਐਮਨ। ਸਿੱਖ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਨੇ ਕਿਹਾ ਹਾਂਜੀ ਓਮ ਹੈ, ਲੇਕਿਨ ਇੱਕ ਅੱਗੇ ਲਗਾਤਾ ਇੱਕ ਓਮ। ਫਿਰ ਜਦ ਰੱਬ ਨੇ ਤੁਹਾਡੇ 'ਚ ਚੇਂਜ ਨਹੀਂ ਪਾਇਆ, ਤੁਸੀਂ 100 ਕਰੋੜ ਲੋਕਾਂ ਨੂੰ ਐਵੇਂ ਕਰੋ ਉਹਨਾਂ ਦਾ ਮੂੰਹ ਖੁਲਵਾ ਕੇ ਬੰਦ ਕਰਵਾ ਲਓ, ਓਮ ਹੀ ਨਿਕਲੇਗਾ। ਇਹ ਤੇ ਤੁਹਾਨੂੰ ਵੰਡ ਵੰਡਈਆ ਕਰਨ ਵਾਸਤੇ ਤੁਹਾਨੂੰ ਧਰਮ ਦੇ ਠੇਕੇਦਾਰਾਂ ਨੇ ਵੰਡ ਛੱਡਿਆ। ਕਾਰਨ ਕੀ ਸਮਝਦੇ ਹੋ ਇਹ ਵੰਡ ਦਾ, ਕਿ ਇਹ ਲੋਕਾਂ ਨੂੰ ਵੰਡ ਲਿਆ, ਧਰਮਾਂ ਦੀਆਂ ਇੱਕ ਵੱਖਰੀਆਂ ਵੱਖਰੀਆਂ ਕੈਟੇਗਰੀ ਬਣਾ ਛੱਡੀਆਂ, ਉਹਦੇ ਪਿੱਛੇ ਕਾਰਨ ਕੀ ਸਮਝਦੇ ਹੈਗੇ? ਕਾਰਨ ਰਾਜ। ਅਗਰ ਕੋਈ ਸਾਰੇ ਹੀ ਸਿਆਣੇ ਹੋ ਜਾਣਗੇ ਤੇ ਫਿਰ ਰਾਜ ਕੌਣ ਕਰੇਗਾ? ਤੇ ਮੂਰਖ ਵੀ ਤੇ ਚਾਹੀਦੇ ਨੇ, ਤਦੀ ਸਿਆਣੇ ਰਾਜ ਕਰਨਗੇ। ਤੇ ਇਸੇ ਵਾਸਤੇ ਇੱਕ ਕੋਟ ਹੈਗਾ ਕਿ ਪੋਲੀਟਿਕਸ ਇਜ਼ ਪਲੇਡ ਬਾਏ ਦ ਕਰੂਕਸ ਐਂਡ ਡਿਸਕਸ ਬਾਏ ਦ ਫੂਲਸ। ਠੀਕ ਹੈ ਜੀ, ਇੱਕ ਕੋਟ ਹੈ। ਤੇ ਇਸ ਕੋਟ ਦੇ ਅੰਦਰ ਮਕਸਦ ਇਹੋ ਹੁੰਦਾ ਹੈ ਕਿ ਬਈ ਜਿਹੜੇ ਤੁਸੀਂ ਆਮ ਜਨਤਾ ਉਹ ਮੂਰਖ ਨੇ, ਜਿਹੜੇ ਰਾਜਨੇਤਾ ਬਣੇ ਹੋਏ ਨੇ ਉਹ ਕਰੂਕਸ ਨੇ, ਜਿਹੜੇ ਕਿ ਤੁਹਾਨੂੰ ਦੇ ਅੰਦਰ ਤੁਹਾਨੂੰ ਵੰਡ ਵੰਡਈਆ ਕਰਕੇ ਤੁਹਾਨੂੰ ਇੱਕ ਵਰਗਲਾ ਕੇ ਆਪਣਾ ਰਾਜ ਚਲਾ ਰਹੇ ਨੇ। ਇਸੇ ਵਾਸਤੇ ਨਾ ਉਹ ਮੰਨਦੇ ਨੇ ਕਿ ਇਹਨਾਂ ਨੂੰ ਪੜ੍ਹਾਉਣਾ ਚਾਹੀਦਾ, ਨਾ ਇਹ ਤੁਹਾਡੀ ਗਰੀਬੀ ਖਤਮ ਕਰਨਾ ਚਾਹੁੰਦੇ ਨੇ ਕਿ ਵੀ ਤੁਸੀਂ ਅਗਰ ਅਮੀਰ ਹੋ ਗਏ ਜਾਂ ਸਿਆਣੇ ਹੋ ਗਏ ਅਸੀਂ ਰਾਜ ਕਿੱਥੇ ਕਰਾਂਗੇ। ਤੇ ਜੇਕਰ ਤੁਸੀਂ ਸਿਆਣੇ ਦੀ ਗੱਲ ਕੀਤੀ ਤੇ ਜਿਹੜੇ ਅਣਜਾਣ ਨੇ ਉਹਨਾਂ ਦੀ ਗੱਲ ਕੀਤੀ, ਤੇ ਮਨੁੱਖਤਾ ਇਹ ਦਿਸ਼ਾ ਕਿਹੜੇ ਰਾਹ ਦੇ ਉੱਤੇ ਤੁਰ ਪਈ ਹੈ ਕਿ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਅਸੀਂ ਕਿਸ ਨੂੰ ਮੰਨੀਏ ਜਾਂ ਕਿਸ ਨੂੰ ਨਾ ਮੰਨੀਏ। ਇਹਦੇ ਜਿਹੜੇ ਠੇਕੇਦਾਰ ਬਣੇ ਹੋਏ ਨੇ ਜਿਹੜੇ ਲੋਕ, ਕਿ ਕੀ ਲੱਗਦਾ ਕਿਸ ਤਰ੍ਹਾਂ ਇਹਨਾਂ ਨੂੰ ਛੁਟਕਾਰਾ ਮਿਲੂਗਾ ਲੋਕਾਂ ਨੂੰ, ਆਮ ਪਬਲਿਕ ਨੂੰ, ਜਿਹੜੀ ਇਹ ਗਲਤ ਦਿਸ਼ਾ ਵੱਲ ਤੁਰ ਪਏ ਨੇ? ਦੇਖੋ ਸਨੀ ਜੀ, ਮਨੁੱਖਤਾ ਨਾ ਸਮੇਂ ਸਮੇਂ 'ਤੇ ਅਲੱਗ-ਅਲੱਗ ਉਹਦੇ ਟਾਈਮ ਦੇ ਨਾਲ ਚੇਂਜ ਹੁੰਦੀ ਜਾਂਦੀ ਹੈ। ਅੱਜ ਦੀ ਡੇਟ ਵਿੱਚ ਸਭ ਤੋਂ ਜ਼ਿਆਦਾ ਸਾਡਾ ਸਮਾਜ ਕਿਉਂ ਇਹੋ ਜਿਹਾ ਹੋ ਗਿਆ ਕਿ ਉਹਦੇ ਅੰਦਰ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਸਾਰੇ ਹੀ ਪੈਸੇ ਵੱਲ ਤੁਰ ਪਏ। ਪੈਸਾ ਪ੍ਰਧਾਨ ਹੋ ਗਿਆ। ਅਸੀਂ ਇਹ ਸੋਚਦੇ ਹਾਂ, ਪਹਿਲੇ ਜ਼ਮਾਨੇ 'ਚ ਫਲਾਣਾ ਦਾ ਵਿਆਹ ਹੁੰਦਾ ਸੀ ਨਾ ਤੇ ਦੇਖਦੇ ਸਨ ਵੀ ਕਿਹੜੇ ਪਰਿਵਾਰ ਤੋਂ ਹੈ, ਤੇ ਉਹ ਕਹਿੰਦੇ ਸੀ ਫਲਾਣੇ ਦਾ ਮੁੰਡਾ, ਚੱਲ ਰਿਸ਼ਤਾ ਓਕੇ ਹੋ ਗਿਆ, ਠੀਕ ਹੈ। ਲੇਕਿਨ ਹੁਣ ਅੱਜ ਕੱਲ੍ਹ ਕੀ ਕਰਦੇ ਨੇ, ਹਾਂਜੀ ਪੈਸੇ ਕਿੰਨੇ ਨੇ, ਕੋਈ ਨਹੀਂ ਦੇਖਦਾ ਕਿ ਪੈਸਾ ਆਇਆ ਕਿੱਥੋਂ ਹੈ। ਇਹ ਜਿਹੜਾ ਸਮਾਜ ਦੇ ਅੰਦਰ ਫਿਰ ਜਿਹੜੀ ਨਿਊਕਲੀਅਰ ਫੈਮਿਲੀਜ਼ ਬਣ ਗਈਆਂ ਕਿ ਅਸੀਂ ਇੱਕ ਸਾਰੇ ਇਕੱਠੇ ਹੋ ਕੇ ਨਹੀਂ ਰਹਿ ਸਕੇ, ਉਹਦੇ ਅੰਦਰ ਵੀ ਆਪਣੇ ਆਪਣੇ ਜਦ ਸਮੇਂ ਜਿਹੜਾ ਹੈਗਾ ਉਹ ਜਦ ਦਿਮਾਗ ਖਾਲੀ ਹੁੰਦਾ ਤਾਂ ਸ਼ੈਤਾਨ ਦਾ ਘਰ ਹੁੰਦਾ ਹੈ, ਠੀਕ ਹੈ ਨਾ ਜੀ।
ਅੱਜ ਦੇ 4 ਕਰੋੜ ਗ੍ਰੈਜੂਏਟਸ ਬਗੈਰ ਨੌਕਰੀ ਦੇ ਬੈਠੇ ਹੋਏ ਨੇ। ਠੀਕ ਹੈ ਨਾ ਜੀ, ਪੂਰੇ ਇੰਡੀਆ ਦੀ ਮੈਂ ਗੱਲ ਕਰ ਰਿਹਾ। ਠੀਕ ਹੈ, ਉਹ ਵਿਚਾਰੇ ਕੀ ਕਰਨਗੇ? ਉਹਨਾਂ ਦੇ ਮਾਪਿਆਂ ਨੇ ਪੈਸੇ ਖਰਚ ਕਰਕੇ ਉਹਨਾਂ ਨੂੰ ਪੜ੍ਹਾਇਆ, ਅੱਜ ਉਹਨਾਂ ਨੂੰ ਜੌਬ ਨਹੀਂ ਮਿਲ ਰਹੀ। ਕੀ ਸਰਕਾਰਾਂ ਦਾ ਇਹ ਕੰਮ ਨਹੀਂ ਹੈਗਾ ਕਿ ਵੀ ਤੁਹਾਨੂੰ ਜੌਬਸ ਪ੍ਰੋਵਾਈਡ ਕੀਤੀਆਂ ਜਾਂ ਤੁਹਾਨੂੰ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਜਾਵੇ? ਹਾਲੀ ਪਿੱਛੇ ਬਰਸਾਤਾਂ 'ਚ ਕੀ ਪੰਜਾਬ ਨਹੀਂ ਡੁੱਬਿਆ? ਕੀ ਹਿਮਾਚਲ ਨਹੀਂ ਡੁੱਬਿਆ? ਕੀ ਹਾਲਾਤ ਹੁੰਦੇ ਨੇ ਸਾਡੇ? ਇਹਦਾ ਮਤਲਬ ਅੱਜ ਇੰਨੇ ਸਾਲਾਂ ਦੇ ਅੰਦਰ ਬੇਸਿਕ ਇਨਫਰਾਸਟ੍ਰਕਚਰ ਵੀ ਨਹੀਂ ਮਿਲ ਪਾਇਆ, ਕਿਉਂਕਿ ਸਾਡੇ ਇੱਥੇ ਕਰਪਸ਼ਨ ਐਸੀ ਵੜ ਚੁੱਕੀ ਹੈ ਕਿ ਉਸ ਕਰਪਸ਼ਨ ਲਈ ਜਨਤਾ ਵੀ ਜ਼ਿੰਮੇਦਾਰ ਹੈ। ਇਹ ਨਹੀਂ ਕਿ ਜਨਤਾ ਜ਼ਿੰਮੇਦਾਰ ਨਹੀਂ ਹੈ। ਜੇ ਇਹ ਇਲੈਕਸ਼ਨ 'ਚ MLA ਤੋਂ MP ਤੋਂ ਪੈਸੇ ਲੈਣੇ ਬੰਦ ਕਰ ਦੇਣ, ਜੇ ਇਹ ਉਹਨਾਂ ਦਾ ਖਾਣਾ ਪੀਣਾ ਬੰਦ ਕਰ ਦੇਣ ਕਿ ਭਰਾਵਾ ਵੋਟ ਤੇ ਤੈਨੂੰ ਮਿਲੇਗਾ ਤੇਰੇ ਕੰਮ ਤੇ ਭਾਈ ਸਾਹਿਬ ਇਹਨਾਂ ਦੀ ਵੀ ਜੂਨ ਸਵਰ ਜਾਵੇ ਤੇ ਹਰ ਬੰਦੇ ਨੂੰ ਹੋਵੇ ਕਿ ਅਗਲੀ ਵਾਰ ਮੈਂ ਵੋਟ ਮੰਗਣ ਜਾਵਾਂਗਾ। ਹੁਣ ਤੇ ਇੱਕ ਪੋਲੀਟੀਕਲ ਬਿਜ਼ਨਸ ਬਣ ਚੁੱਕਿਆ ਕਿ ਇੰਨੇ ਰੁਪਏ ਮੈਂ ਲਗਾਵਾਂਗਾ ਤੇ ਇੰਨੇ ਰੁਪਏ ਮੈਂ ਕਮਾਵਾਂਗਾ। ਹੁਣ ਕੋਈ ਬੰਦਾ ਜਿਹੜਾ 5000 ਰੁਪਏ 'ਚ ਜਿਹਨੇ ਆਪਣੇ ਪਰਿਵਾਰ ਦਾ ਵੋਟ ਵੇਚ ਛੱਡਿਆ, ਤੇ ਜਨਾਬ ਤੁਸੀਂ ਜਿਹੜੀ ਚੀਜ਼ ਵੇਚ ਆਏ ਹੋ, ਹੁਣ ਅਗਲਾ ਭਾਵੇਂ ਉਹਦਾ ਜੋ ਮਰਜ਼ੀ ਇਸਤੇਮਾਲ ਕਰੇ, ਤੁਸੀਂ ਕਲੇਮ ਨਹੀਂ ਕਰ ਸਕਦੇ। ਤੁਸੀਂ ਕਲੇਮ ਕਿਵੇਂ ਕਰੋਗੇ? ਤੁਸੀਂ ਉਸ ਚੀਜ਼ ਦੀ ਕੀਮਤ ਲੈ ਲਈ। MLA ਹੋਏ MP ਹੋਏ, ਕਹਿੰਦਾ ਮੈਂ ਤੇ ਬਈ ਤੈਨੂੰ 3 ਮਹੀਨੇ ਖਵਾਇਆ ਵੀ, ਦਾਰੂ ਵੀ ਪਿਆਈ, ਉਸ ਤੋਂ ਬਾਅਦ ਤੈਨੂੰ ਮੈਂ ਕੈਸ਼ ਪੈਸਾ ਵੀ ਦਿੱਤਾ। ਠੀਕ ਹੈ, ਹੁਣ ਤੂੰ ਮੇਰੇ ਤੋਂ ਕੰਮ ਕਰਵਾਉਣ ਵਾਸਤੇ ਕੀ ਕਰਨ ਆ ਰਿਹਾ? ਹੁਣ ਤੇ ਮੈਨੂੰ ਆਪਣਾ ਕੰਮ ਕਰਨ ਦੇ, ਮੈਂ ਇੰਨਾ ਪੈਸਾ ਲਗਾਇਆ ਤੇ ਮੈਂ ਕਮਾਣਾ। ਤੇ ਪੋਲੀਟਿਕਸ ਕਿਵੇਂ ਕਰਪਸ਼ਨ ਫਰੀ ਹੋਏਗੀ ਜਦ ਕਿ ਇਲੈਕਸ਼ਨਸ ਇੰਨੇ ਮਹਿੰਗੇ ਹੋ ਗਏ? ਤੇ ਇਹਦੇ ਲਈ ਜਨਤਾ ਵੀ ਜ਼ਿੰਮੇਦਾਰ ਹੈ, ਆਪਣੇ ਹਾਲਾਤਾਂ ਲਈ ਜਨਤਾ ਆਪ ਜ਼ਿੰਮੇਦਾਰ ਹੈ। ਅਗਰ ਸਾਡੇ ਲੋਕ ਜਾਗਰਤ ਹੋ ਜਾਣ, ਵੋਟ ਸੋਚ ਸਮਝ ਕੇ ਪਾਣ, ਧਰਮ ਦਾ ਦੇਖਣ ਕਿ ਕਿਹੜਾ ਬੰਦਾ ਸਾਨੂੰ ਬਰਗਲਾ ਰਿਹਾ ਹੈ, ਉਹਨੂੰ ਕਹੋ ਤੇਰਾ ਕੰਮ ਹੈ ਜਾਗਰਣ ਵਾਸਤੇ ਬੁਲਾਇਆ, ਜਾਗਰਣ ਕਰ, ਰੱਬ ਨੇ ਸਾਨੂੰ ਧਿਆਨ ਦਿੱਤਾ ਹੋਇਆ, ਜਾਂ ਤੇਰਾ ਕੰਮ ਜੋ ਵੀ ਹੈਗਾ ਉਹ ਸਾਨੂੰ ਦੱਸ। ਸਾਨੂੰ ਅਸੀਂ ਕੀ ਕਰਨਾ, ਸਾਨੂੰ ਸਿਖਾਉਣ ਦੀ ਲੋੜ ਨਹੀਂ ਹੈ। ਉਹ ਲੱਭੋ ਗੁਰੂ ਇਹੋ ਜਿਹਾ ਜਿਹੜਾ ਤੁਹਾਨੂੰ ਸਹੀ ਪੂਰਨਿਆਂ ਤੇ ਪਾਵੇ। ਔਰ ਇਹ ਗੱਲ ਪਤਾ ਜਲਦੀ ਲੱਗ ਜਾਂਦੀ ਹੈ ਅਗਰ ਤੁਹਾਡੇ ਜੀਵਨ 'ਚ ਚੰਗਾ ਪੋਜ਼ਿਟਿਵ ਬਦਲਾਵ ਆ ਰਿਹਾ, ਤੁਸੀਂ ਚੰਗੇ ਪਾਸੇ ਜਾ ਰਹੇ ਹੋ, ਤੁਸੀਂ ਚੰਗੇ ਮਨੁੱਖ ਬਣ ਰਹੇ ਹੋ, ਇਹਦਾ ਮਤਲਬ ਤੁਸੀਂ ਰਾਈਟ ਹੱਥਾਂ ਵਿੱਚ ਹੈਗੇ ਹੋ। ਮਿੱਤਲ ਜੀ ਕਹਿੰਦੇ ਨੇ ਕਿ ਅਸੀਂ ਸਿਰਫ ਪਾਠ ਪੂਜਾ ਨੂੰ ਲੈ ਕੇ ਗੱਲ ਕਰ ਰਹੇ ਹਾਂ, ਕਿ ਅਸੀਂ ਉਹ ਮਰਿਆਦਾ ਦੀ ਗੱਲ ਕਰ ਰਹੇ ਹਾਂ ਕਿ ਮਰਿਆਦਾ ਦੇ ਵਿੱਚ ਰਹਿ ਕੇ ਹਰ ਤਰੀਕੇ ਦੇ ਨਾਲ ਜਿਹੜਾ ਉਹ ਪਾਠ ਪੂਜਾ ਕੀਤਾ ਜਾਵੇ। ਪਰ ਕਿ ਜਾਗਰਣ ਦੇ ਵਿੱਚ ਕਵਾਲੀ ਗਾਣਾ ਸਹੀ ਹੈ? ਉਹਨਾਂ ਨੇ ਸਵਾਲ ਜਿਹੜੇ ਨੇ ਉਹ ਚੁੱਕੇ ਨੇ। ਪਰ ਇਹ ਚੀਜ਼ ਤੁਹਾਡੇ ਤੋਂ ਅਸੀਂ ਇੱਕ ਜ਼ਰੂਰ ਜਾਣਨਾ ਚਾਹਾਂਗੇ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਾਠ ਪੂਜਾ ਨੂੰ ਦਾ ਨਾਂ ਲੈ ਕੇ ਕਿ ਕਿਸੇ ਧਰਮ ਦੇ ਨਾਂ 'ਤੇ ਅਸੀਂ ਧਰਮ ਹਿੰਦੂ ਮੁਸਲਿਮ ਕਰਨਾ ਕਿੰਨਾ ਕੁ ਸਹੀ? ਦੇਖੋ ਸਨੀ ਜੀ, ਜਦ ਤੁਸੀਂ ਇੱਕ ਪਬਲਿਕ ਫਿਗਰ ਬਣ ਜਾਂਦੇ ਹੋ ਨਾ, ਤੇ ਤੁਹਾਡੇ ਸ਼ਬਦਾਂ ਦੇ ਚੇਨ ਬੜੇ ਇੰਪੋਰਟੈਂਟ ਹੁੰਦੇ ਨੇ ਕਿ ਤੁਸੀਂ ਬੋਲ ਕੀ ਰਹੇ ਹੋ। ਅੱਜ ਉਹਨੇ ਪਹਿਲੇ ਕ੍ਰਿਸਚਨਸ ਤੋਂ ਮਾਫੀ ਮੰਗੀ ਕਿ ਜੀ ਮੈਂ ਫਾਦਰ ਦਾ ਗ੍ਰੈਂਡਫਾਦਰ ਨਹੀਂ ਕਿਹਾ। ਫਿਰ ਉਹਨੇ ਮਿਊਜ਼ੀਸ਼ੀਅਨਾਂ ਤੋਂ ਮਾਫੀ ਮੰਗੀ ਕਿ ਜੀ ਮੈਂ ਤੁਹਾਨੂੰ ਗਲਤ ਨਹੀਂ ਕਿਹਾ। ਤੇ ਤੁਸੀਂ ਆਪਣੇ ਲੋਰ ਵਿੱਚ ਆਪਣੇ ਇਮੋਸ਼ਨਸ ਕੰਟਰੋਲ ਰੱਖੋ ਨਾ। ਅੱਜ ਤੁਸੀਂ ਇੱਕ ਪਬਲਿਕ ਫਿਗਰ ਹੋ, ਤੁਹਾਡੀ ਗੱਲ ਨੂੰ ਫੜਿਆ ਜਾਏਗਾ। ਅੱਜ ਜਿਹੜੀ ਇੰਨੀ ਡਿਬੇਟ ਹੋ ਰਹੀ ਹੈ ਕਿਉਂ ਹੈ? ਅਗਰ ਕਨਈਆ ਮਿੱਤਲ ਕੁਝ ਨਾ ਹੁੰਦਾ, ਇੱਕ ਰਾਸ਼ਨ ਵੇਚਣ ਵਾਲਾ ਦੁਕਾਨਦਾਰ ਹੁੰਦਾ, ਤੇ ਕੀ ਇੰਨੀ ਡਿਬੇਟ ਹੁੰਦੀ? ਕਨਈਆ ਮਿੱਤਲ ਅੱਜ ਦੀ ਡੇਟ ਦੇ ਅੰਦਰ ਇੱਕ ਪਬਲਿਕ ਫਿਗਰ ਹੈ। ਉਹਦਾ ਬੋਲਣਾ, ਉਹਨੂੰ ਆਪਣੇ ਬੋਲਣ ਤੋਂ ਪਹਿਲੇ ਤੋਲਣਾ ਚਾਹੀਦਾ ਹੈ ਕਿ ਮੈਂ ਕੀ ਬੋਲ ਰਿਹਾ। ਜੇ ਮੈਸੇਜ ਦਿੰਦਾ ਕਿ ਜੀ ਜਗਰਾਤਾ ਉਹਨਾਂ ਤੋਂ ਕਰਾਵੋ ਜਿਹੜੇ ਮਰਿਆਦਾ ਵਿੱਚ ਰਹਿੰਦੇ ਹੋਣ, ਜਿਹੜੇ ਸਨਾਤਨੀ ਪਰੰਪਰਾ ਨੂੰ ਜਾਣਦੇ ਹੋਣ, ਉਹਨਾਂ ਨੂੰ ਕੀ ਕਹਿੰਦੇ ਨੇ ਤੁਸੀਂ ਆਪਣਾ ਉਹ ਕਰੋ ਕਿ ਵੀ ਉਹਨਾਂ ਤੋਂ ਜਗਰਾਤਾ ਕਰਾਓ, ਬਿਲਕੁਲ ਠੀਕ ਗੱਲ ਸੀ। ਇਹ ਮੁਸਲਮਾਨਾਂ ਦੀ ਵਿਚਕਾਰ ਵਰਡ ਐਡ ਕਰਕੇ ਤੂੰ ਇਹ ਕੰਟਰੋਵਰਸੀ ਕੀਤੀ। ਮੈਨੂੰ ਤਾਂ ਲੱਗਦਾ ਸਲੀਮ ਤੇ ਕਨਈਆ ਮਿੱਤਲ ਨੇ ਮਿਲ ਕੇ ਇਹ ਕੰਟਰੋਵਰਸੀ ਕ੍ਰੀਏਟ ਕੀਤੀ ਹੈ। ਪੰਜਾਬ ਦੇ ਬੰਦਿਆਂ ਨੂੰ ਇਸ ਕੰਮ ਲਾਤਾ ਹੈ ਕਿ ਇਨ ਦੋਨਾਂ ਨੂੰ ਡਿਸਕਸ ਕਰੀ ਜਾਓ। ਉਹ ਤੇ ਉੱਥੇ ਬੈਠ ਕੇ ਫਰੀ ਦੀ ਪਬਲਿਸਿਟੀ ਕੱਟ ਰਹੇ ਨੇ। ਉਹ ਕਰੋੜਾਂ ਰੁਪਏ 'ਚ ਵੀ ਇੰਨੀ ਪਬਲਿਸਿਟੀ ਨਹੀਂ ਖੱਟਦੇ ਜਿਹੜੀ ਕਿ ਅਸੀਂ ਦੇ ਰਹੇ ਹਾਂ ਉਹਨਾਂ ਨੂੰ। ਪ੍ਰੋਫਾਈਲ ਦੀ ਅਗਰ ਗੱਲ ਕਰੀਏ ਤਾਂ ਮਿੱਤਲ ਦੇ ਪ੍ਰੋਫਾਈਲ ਦੇ ਵਿੱਚ ਸਲੀਮ ਤੇ ਮਿੱਤਲ ਦੀਆਂ ਕਾਫੀ ਸਾਰੀਆਂ ਤਸਵੀਰਾਂ ਅਜਿਹੀਆਂ ਹਨ ਕਿ ਇੱਕ ਦੂਜੇ ਦੀਆਂ ਪ੍ਰਸ਼ੰਸਾ ਕਰਦੇ ਥੱਕਦੇ ਨਹੀਂ ਹੈਗੇ। ਇੱਕ ਦੂਜੇ ਦਾ ਪ੍ਰਚਾਰ ਕਰਦੇ ਨੇ ਵੀ ਇਹ ਮੇਰੇ ਤੋਂ ਵਧੀਆ ਗਾਉਂਦਾ, ਮੈਂ ਉਸ ਤੋਂ ਵਧੀਆ ਗਾਉਂਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਉਹਨਾਂ ਦੀਆਂ ਆਪਸ ਦੀ ਪ੍ਰੋਫਾਈਲ ਦੇ ਵਿੱਚ ਹੈਗੀਆਂ। ਦੇਖੋ ਸਨੀ ਜੀ, ਅੱਜ ਕੱਲ੍ਹ ਨਾ ਜਿਹੜਾ ਤੁਸੀਂ ਹਾਲੀ ਪਿੱਛੇ ਪੁੱਛਿਆ ਸੀ ਸਮਾਜ ਬਾਰੇ, ਸਮਾਜ ਕੀ ਹੋ ਗਿਆ? ਸਮਾਜ ਨਾ ਨੈਗੇਟਿਵ ਚੀਜ਼ਾਂ ਨੂੰ ਬਹੁਤ ਜਲਦੀ ਚੁੱਕਦਾ ਹੈ। ਇਸ ਗੱਲ ਦੀ ਲੋਕਾਂ ਨੂੰ ਸਮਝ ਆ ਚੁੱਕੀ ਹੈ। ਇਸ ਵਾਸਤੇ ਉਹ ਨੈਗੇਟਿਵ ਇਨਵਾਇਰਨਮੈਂਟ ਕ੍ਰੀਏਟ ਕਰਕੇ
ਆਪਣੇ ਆਪ ਨੂੰ ਨਿਊਜ਼ ਵਿੱਚ ਰੱਖਦੇ ਨੇ। ਤੁਸੀਂ ਇਸ ਤੋਂ ਵੱਡੀ ਕੀ ਗੱਲ ਕਹੋਗੇ ਕਿ ਬਿਗ ਬੌਸ ਵਰਗਾ ਸ਼ੋਅ ਜਿਹੜਾ ਕਿ ਸਭ ਤੋਂ ਨੈਗੇਟਿਵਿਟੀ ਤੇ ਗਾਲਾਂ ਤੇ ਗੰਦਗੀ ਦਾ ਭਰਿਆ ਹੋਇਆ ਸ਼ੋਅ, ਉਹਨੂੰ ਜਿੱਤ ਕੇ ਇੱਕ ਐਲਵਿਨ ਯਾਦਵ ਨਾਮ ਦਾ ਮੁੰਡਾ ਆਂਦਾ ਹੈ ਤੇ ਹਰਿਆਣੇ ਦਾ ਮੁੱਖ ਮੰਤਰੀ ਉਹਨੂੰ ਸਨਮਾਨਿਤ ਕਰਨ ਵਾਸਤੇ ਸਟੇਜ ਤੇ ਜਾਂਦਾ ਹੈ। ਦੁਰ ਫਿਟੇ ਮੂੰਹ ਐਸੀ ਸੋਚਦੇ, ਠੀਕ ਹੈ। ਇੱਕ ਤਰਫ ਤੇ ਤੁਸੀਂ ਕਹਿੰਦੇ ਰਾਮ ਰਾਜ, ਇੱਕ ਤੁਸੀਂ ਉਨ ਲੋਕਾਂ ਨੂੰ ਕਰ ਰਹੇ ਹੋ ਕਿ ਜਿਨ੍ਹਾਂ ਨੇ ਗੰਦਗੀ ਟੀਵੀ ਦੇ ਉੱਤੇ ਫੈਲਾਈ ਹੈ। ਤੁਸੀਂ ਉਹ ਸ਼ੋਅ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਦੇਖ ਸਕਦੇ ਹੋ। ਖੱਟਰ ਨੂੰ ਕੋਈ ਪੁੱਛੇ ਕਿ ਕਿਹੜਾ ਉਹ 올림픽 ਮੈਡਲ ਜਿੱਤ ਕੇ ਆਇਆ ਸੀ ਜਿਹੜਾ ਤੂੰ ਉੱਥੇ ਗਿਆ ਵੈ, ਕਹਿਣ ਦਾ ਮਤਲਬ ਬੀਜੇਪੀ ਵੀ ਅਗਰ ਆਪਣੇ ਦੇਸ਼ ਦੀ ਗੱਲ ਕਰਦੀ ਹੈ, ਧਰਮ ਦੀ ਗੱਲ ਕਰਦੀ ਹੈ, ਰਾਸ਼ਟਰੀਅਤਾ ਦੀ ਗੱਲ ਕਰਦੀ ਹੈ, ਉਹ ਭਾਈ ਸਾਹਿਬ ਚੰਗੇ ਲੋਕ ਲਿਆ ਕੇ MP ਦੀ ਲੜਾਓ ਜਿਹੜੇ ਕਿ ਦੇਸ਼ ਦੇ ਪ੍ਰਗਤੀ ਵਿੱਚ ਕੋਈ ਹੱਥ ਪਾਣ। ਸੰਨੀ ਦਿਓਲ ਭੱਜਿਆ ਫਿਰਦਾ ਨਾ ਹੁਣ ਉੱਥੋਂ, ਉਹ ਵਿਚਾਰੇ ਗੁਰਦਾਸਪੁਰ ਵਾਲੇ ਝੰਡੇ ਲੈ ਕੇ ਬੈਠੇ ਹੋਏ ਨੇ ਵੀ ਇਹ ਪਾਂਡਾ ਨੂੰ ਲਿਆ ਕੇ ਕੀ ਕਰ ਲੋਗੇ ਤੁਸੀਂ। ਉਹ ਕੀ ਨਾਮ ਹੈਗਾ ਜਿਹੜੇ ਸੂਫੀ ਸਿੰਗਰ ਹੈਗਾ, ਹੰਸਰਾਜ ਹੰਸ, ਠੀਕ ਹੈ ਜੀ, ਉਹ ਕੀ ਹੈ? ਤੁਸੀਂ ਉਹਦੇ ਨਾਲ 5 ਮਿੰਟ ਗੱਲ ਕਰ ਲਓ, ਤੁਹਾਨੂੰ ਉਹਦੀ ਇੰਟੈਲੀਜੈਂਸੀ ਦਾ ਪਤਾ ਲੱਗ ਜਾਏਗਾ। ਤੇ ਕੀ ਤੁਸੀਂ ਸੋਚਦੇ ਹੋ ਕਿ ਉਹ ਭਲਾ ਕਰਨ ਵਾਸਤੇ ਗਿਆ? ਠੀਕ ਹੈ ਜੀ, ਉੱਥੇ ਵੀ ਗਾਣੇ ਸੁਣਾਉਂਦਾ ਰਹਿੰਦਾ। ਤੇ ਭਾਈ ਪਬਲਿਕ ਨੇ ਗਾਣੇ ਸੁਣਾਉਣ ਵਾਸਤੇ ਨਹੀਂ ਰੱਖਿਆ ਤੁਹਾਨੂੰ, ਉਹ ਤੁਹਾਡੀ ਟੇਪਾਂ ਚੱਲਦੀਆਂ ਨੇ। ਇੰਟੈਲੀਜੈਂਟ ਬੰਦਿਆਂ ਨੂੰ ਲੈ ਕੇ ਆਓ ਤਾਂ ਕਿ ਦੇਸ਼ ਅੱਗੇ ਚੱਲੇ। ਅਸੀਂ ਇੱਕ ਤਰਫ ਤੇ ਚੰਦਰਯਾਨ ਦੀਆਂ ਗੱਲਾਂ ਕਰ ਰਹੇ ਹਾਂ, ਦੂਜੀ ਤਰਫ ਅਸੀਂ ਖੱਡੇ 'ਚ ਵੜਨ ਵਾਲੀ ਗੱਲਾਂ ਕਰ ਰਹੇ ਹਾਂ। ਤੇ ਇਹ ਕੋਈ ਬਾਹਰ ਦਾ ਲੋਕ ਅਗਰ ਸਾਨੂੰ ਦੇਖਦਾ ਹੋਏਗਾ ਤੇ ਸਾਡੇ ਤੇ ਹੱਸਦਾ ਹੋਏਗਾ ਕਿ ਬਈ ਇਹ 20th ਸੈਂਚੁਰੀ ਦੇ ਅੰਦਰ ਇੰਡੀਆ ਕਿਹੜੇ ਮਿਡੀਵਲ ਪੀਰੀਅਡ ਦੀ ਗੱਲਾਂ ਕਰ ਰਿਹਾ। ਸਰ ਜਿਹੜਾ ਤੁਸੀਂ ਮਿੱਤਲ ਦੀ ਇੱਕ ਵੀਡੀਓ ਜਿਹੜੀ ਦਿਖਾ ਰਹੇ ਸੀਗੇ ਪਹਿਲਾਂ, ਮੈਂ ਚਾਹਾਂਗਾ ਕਿ ਦਰਸ਼ਕ ਵੀ ਜ਼ਰੂਰ ਉਸ ਵੀਡੀਓ ਨੂੰ ਦੇਖਣ ਵੀ ਜਿਹੜੀ ਮਿੱਤਲ ਜੀ ਵੱਲੋਂ ਜਿਹੜਾ ਇੱਕ ਜਿਹੜੇ ਮਿਊਜ਼ੀਸ਼ੀਅਨ ਨੇ ਉਹਨਾਂ ਉੱਤੇ ਜਿਹੜੀ ਗੱਲ ਕਹੀ ਜਾ ਰਹੀ ਸੀਗੀ, ਉਹ ਮੈਂ ਚਾਹਾਂਗਾ ਕਿ ਉਹ ਵੀਡੀਓ ਜ਼ਰੂਰ ਤੁਸੀਂ ਦਰਸ਼ਕਾਂ ਨੂੰ ਸਾਂਝੀ ਕਰੋ। मंच के म्यूजिशियन के पीछे खड़े हैं, भगवान आपको अगले जन्म में म्यूजिशियन बनाएगा, नहीं तो कूटते रहना। नीचे हो जाओ, हेलो हेलो नीचे एक बार सारे बैठो जरा एक बार। अरे प्यार से बोला कर यार, ऐसे लग रहा थानेदार खड़ा हो गया। प्यार से तुम। मैं ਇਹ ਗੱਲ ਤੁਹਾਨੂੰ ਪਹਿਲੇ ਵੀ ਕਹਿ ਚੁੱਕਿਆ ਹਾਂ, ਇਹ ਮਿਊਜ਼ੀਸ਼ੀਅਨ ਵਾਲਾ ਐਗਜ਼ਾਮਪਲ ਤੁਹਾਨੂੰ ਮੈਂ ਦੇ ਚੁੱਕਿਆ ਹੋਇਆ ਹਾਂ ਕਿ ਬਈ ਜਦ ਤੁਸੀਂ ਪਬਲਿਕ ਫਿਗਰ ਬਣਦੇ ਹੋ ਤੇ ਤੋਲ ਕੇ ਬੋਲੋ, ਬੋਲਣ ਤੋਂ ਪਹਿਲੇ ਤੋਲੋ। ਅੱਜ ਦੀ ਡੇਟ ਵਿੱਚ ਚਾਹੇ ਮੋਦੀ ਜੀ ਨੇ, ਚਾਹੇ ਰਾਹੁਲ ਹੈ, ਚਾਹੇ ਕੋਈ ਵੀ ਤੁਸੀਂ ਵੱਡੇ ਨੇਤਾ ਲੈ ਲਓ, ਅਸੀਂ ਫੜਦੇ ਹਾਂ ਕਿ ਕਿੱਥੇ ਉਹ ਗਲਤ ਬੋਲਣ, ਠੀਕ ਹੈ ਨਾ। ਕਿਉਂ? ਉਹਦਾ ਕਾਰਨ ਕੀ ਕਿ ਤੁਸੀਂ ਪਬਲਿਕ ਫਿਗਰ ਹੋ, ਤੁਹਾਨੂੰ ਤੁਹਾਡੇ ਦਿਮਾਗ 'ਤੇ ਇੰਨਾ ਕੰਟਰੋਲ ਹੋਣਾ ਚਾਹੀਦਾ ਕਿ ਬਈ ਬੋਲਣ ਤੋਂ ਪਹਿਲੇ ਆਦਮੀ ਸੋਚੇ ਕਿ ਯਾਰ ਮੈਂ ਕੀ ਬੋਲ ਰਿਹਾ ਵਾਂ, ਠੀਕ ਹੈ। ਮੇਰੀ ਕਿਸੇ ਦੇ ਨਾਲ ਕੋਈ ਪਰਸਨਲੀ ਐਨਿਮਿਟੀ ਨਹੀਂ ਹੈ, ਨਾ ਮੈਂ ਕਨਈਆ ਮਿੱਤਲ ਨੂੰ ਜਾਣਦਾ, ਨਾ ਮੈਂ ਸਲੀਮ ਨੂੰ ਜਾਣਦਾ ਵਾਂ। ਪਰ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਬਈ ਆਪਣੇ ਇਹ ਡਰਾਮਿਆਂ ਪਿੱਛੇ ਸਮਾਜ ਦਾ ਨੁਕਸਾਨ ਨਾ ਕਰੋ, ਵਿਤਕਰੇ ਨਾ ਪੈਦਾ ਕਰੋ। ਜੇ ਰੱਬ ਨੇ ਤੁਹਾਨੂੰ ਤਾਕਤ ਦਿੱਤੀ ਹੈ ਉਹਨੂੰ ਚੰਗੇ ਕੰਮਾਂ ਵਾਸਤੇ ਇਸਤੇਮਾਲ ਕਰੋ। ਹੁਣ ਲੁਧਿਆਣਾ ਦੇ ਵਿੱਚ ਮਿਊਜ਼ੀਸ਼ੀਅਨ ਵੱਲੋਂ ਵੀ ਇਕੱਠ ਕਰਕੇ ਪ੍ਰੈਸ ਕਾਨਫਰੰਸ ਕੀਤੀ ਗਈ, ਉਹਦੇ ਵਿੱਚ ਕਿਹਾ ਗਿਆ ਕਿ ਮਿਊਜ਼ੀਸ਼ੀਅਨ ਜਿਹੜੇ ਹੈਗੇ ਨੇ ਕਿ ਉਹ ਇਨਸਾਨ ਨਹੀਂ, ਕਿ ਉਹਨਾਂ ਦੀ ਕੋਈ ਕਲਾ ਦੀ ਕੋਈ ਕੀਮਤ ਨਹੀਂ। ਜੇਕਰ ਮਿੱਤਲ ਇਹ ਚੀਜ਼ ਕਹਿੰਦੇ ਨੇ ਕਿ ਜੇਕਰ ਜਿਹੜਾ ਮਿਊਜ਼ੀਸ਼ੀਅਨ ਦੇ ਪਿੱਛੇ ਖੜਾ ਹੋਏਗਾ ਉਸ ਨੂੰ ਆਹ ਚੀਜ਼ਾਂ ਵਜਾਉਣੀਆਂ ਪੈਣੀਆਂ, ਕਿ ਇਹ ਵਰਡਿੰਗ ਨੂੰ ਉਹ ਮਿਊਜ਼ੀਸ਼ੀਅਨਾਂ ਵੱਲੋਂ ਗਲਤ ਸਾਬਿਤ ਕੀਤਾ ਗਿਆ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਮੈਂ ਕਨਈਆ ਮਿੱਤਲ ਦਾ ਇੱਕ ਇੰਟਰਵਿਊ ਦੇਖਿਆ ਸੀ, ਉਹਨੇ ਉਹਦੇ ਲਈ ਮਾਫੀ ਮੰਗੀ ਹੈ। ਔਰ ਇਹ ਵੀ ਵੱਡੀ ਗੱਲ ਹੁੰਦੀ ਹੈ ਕਿ ਆਦਮੀ ਆਪਣੀ ਗਲਤੀ ਨੂੰ ਮਹਿਸੂਸ ਕਰਕੇ ਤੇ ਉਹਨੇ ਆ ਕੇ ਮਾਫੀ ਮੰਗੀ ਇਸ ਗੱਲ ਦੇ ਲਈ। ਔਰ ਜਿਸ ਲਈ ਮਾਫੀ ਮੰਗ ਲਈ ਹੈ ਇਹਦਾ ਮਤਲਬ ਉਹਨੇ ਆਪਣੀ ਗਲਤੀ ਐਕਸੈਪਟ ਕੀਤੀ ਹੈ। ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਕਿਹਾ ਕਿ ਮੈਂ ਕੋਈ ਕਨਈਆ ਮਿੱਤਲ ਦਾ ਨਾ ਤੇ ਕੰਪੀਟੀਟਰ ਹਾਂ ਤੇ ਨਾ ਮੈਂ ਜਗਰਾਤੇ ਕਰਨੇ ਨੇ ਕਿ ਵੀ ਮੈਂ ਕਨਈਆ ਮਿੱਤਲ ਨੂੰ ਥੱਲੇ ਦਿਖਾਣਾ। ਮੈਂ ਤੇ ਉਹਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਵਾਂ ਕਿ ਵੀ ਰੱਬ ਨੇ ਤੈਨੂੰ ਤਾਕਤ ਦਿੱਤੀ ਹੈ, ਉਸ ਤਾਕਤ ਦਾ ਬੇਜਾ ਇਸਤੇਮਾਲ ਨਾ ਕਰੋ। ਬੋਲਣ ਤੋਂ ਪਹਿਲੇ ਸੋਚੋ। ਤੁਸੀਂ ਰੱਬ ਨੇ ਤੁਹਾਨੂੰ ਸਰਸਵਤੀ ਦਾ ਆਵਾਜ਼ ਦਿੱਤਾ, ਤੁਹਾਨੂੰ ਇੰਨਾ ਮਾਨ ਸਨਮਾਨ ਦਿੱਤਾ ਤੇ ਤੁਸੀਂ ਉਹਨੂੰ ਚੰਗੇ ਕੰਮਾਂ ਵਾਲੇ ਪਾਸੇ ਲਗਾਓ। ਸਮਾਜ ਨੂੰ ਬਣਾਉਣ ਦੀ ਗੱਲ ਕਰੋ, ਸਮਾਜ ਨੂੰ ਤੋੜਨ ਦੀ ਨਹੀਂ। ਅਗਰ ਤੁਸੀਂ ਚਾਹੁੰਦੇ ਹੋ ਕਿ ਮਰਿਆਦਾ ਦੇ ਨਾਲ ਹੋਵੋ ਤੇ ਤੁਸੀਂ ਜਾਗਰਣ ਦੀ ਜਿੰਨੀ ਕਮੇਟੀਆਂ ਨੇ ਉਹਨਾਂ ਨੂੰ ਬੁਲਾ ਕੇ ਅੰਦਰ ਡਿਸਕਸ ਕਰੋ ਨਾ ਕਿ ਜਾਗਰਣ ਕਿਵੇਂ ਹੋਣਾ ਚਾਹੀਦਾ। ਤੁਸੀਂ ਲੋਕਾਂ ਨੂੰ ਪੜਾਓ ਨਾ ਕਿ ਵੀ ਜੋ ਜੈ ਸ਼੍ਰੀ ਰਾਮ ਦਾ ਜਵਾਬ ਨਾ ਦੇ ਉਸਕਾ ਫੋਨ ਨਾ ਉਠਾਓ। ਇਹ ਤੁਸੀਂ ਕਿਹੋ ਜਿਹੀ ਲੈਂਗੁਏਜ ਯੂਜ਼ ਕਰ ਰਹੇ ਹੋ? ਹਰ ਬੰਦਾ ਕੀ ਕਹਿੰਦੇ ਨੇ ਕੋਈ ਪ੍ਰੇਮ ਕਰਦਾ ਹੈ ਉਹ ਦੱਸਣਾ ਚਾਹੁੰਦਾ, ਕਈ ਬੰਦੇ ਚੁੱਪਚਾਪ ਕਰਕੇ ਪ੍ਰੇਮ ਕਰਦੇ ਨੇ ਤੇ ਤੁਸੀਂ ਹਰ ਇੱਕ ਨੂੰ ਪੜਾਓਗੇ ਥੋੜੀ। ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ।
ਤਾਂ ਇਹ ਸਨ ਰਾਜਾ ਜੀ ਜਿਨ੍ਹਾਂ ਦੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ। ਧਰਮਾਂ ਦੇ ਨਾਮ ਤੇ ਜਿਹੜਾ ਵੰਡ ਵੰਡਾਈਆ ਚੱਲ ਰਿਹਾ ਹੈ, ਜੋ ਭੇਦਭਾਵ ਚੱਲ ਰਿਹਾ ਹੈ, ਉਸ ਨੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਕਿ ਮਨੁੱਖਤਾ ਨੂੰ ਵੀ ਜਿਹੜਾ ਮਨੁੱਖਤਾ ਦਾ ਜਿਹੜਾ ਪਾਠ ਹਰ ਧਰਮ ਸਿਖਾਉਂਦਾ ਹੈ, ਉਹਦੇ ਉੱਪਰ ਧਿਆਨ ਦੇਣ ਦੀ ਲੋੜ ਹੈਗੀ ਹੈ। ਕੈਮਰਾਮੈਨ ਮੋਹਨ ਦੇ ਨਾਲ ਸਨੀ ਹਟਵਾਲ, ਜ਼ੀਰਕਪੁਰ।